ਹੈਲੋ ਸਟੂਡੈਂਟਸ, ਆਪਾਂ ਇਸ ਲੈਕਚਰ ਦੇ ਵਿੱਚ ਜੀਕੇ ਦੇ ਕੁਐਸਚਨਸ ਕਰ ਰਹੇ ਹਾਂ। ਇਹ ਜਿਹੜੀ ਜੀਕੇ ਦੇ ਕੁਐਸਚਨਸ ਦੀ ਸੀਰੀਜ਼ ਦੇ ਜਿਹੜਾ ਪਾਰਟ 4 ਹੈ, ਇਸ ਤੋਂ ਪਹਿਲਾਂ 3 ਜਿਹੜੇ ਪਾਰਟ ਆ ਉਹ ਹੋ ਚੁੱਕੇ ਆਪਣੇ। ਇਹਦਾ ਮਤਲਬ ਆਪਣਾ ਜਿਹੜਾ 60 ਕੁਐਸਚਨਸ ਆਪਾਂ ਕਵਰ ਹੁਣ ਤੱਕ ਕਰ ਚੁੱਕੇ ਹਾਂ। ਤਾਂ ਜਿਹੜੇ 60 ਕੁਐਸਚਨ ਆਪਾਂ ਕਵਰ ਕੀਤੇ ਆ ਉਹ ਕਾफ़ੀ ਜਿਹੜੇ ਇੰਪੋਰਟੈਂਟ ਕੁਐਸਚਨਸ ਵੀ ਰਹੇ ਆਪਣੇ ਪੇਪਰ ਪੁਆਇੰਟ ਆਫ ਵਿਊ ਨਾਲ। ਔਰ ਉਹ ਜਿਹੜੇ ਕੁਐਸਚਨਸ ਆ ਉਹ ਆਪਣੇ ਪੁਰਾਣੇ ਜਿਹੜੇ ਪੇਪਰ ਹੋਏ ਆ, ਪ੍ਰੀਵੀਅਸ ਈਅਰ ਪੇਪਰ ਹੋਇਆ ਹੈ, ਉਹਨਾਂ ਦੇ ਜਿਹੜੇ ਕੁਝ ਕੁ ਕੁਐਸਚਨਸ ਵੀ ਨਾਲ ਪਿਕ ਕੀਤੇ ਹੋਏ ਹੈ। ਪਲੱਸ ਹਰ ਇੱਕ ਕੁਐਸਚਨ ਦੀ ਤੁਹਾਨੂੰ ਇਸ ਸੀਰੀਜ਼ ਦੇ ਵਿੱਚ ਡਿਟੇਲ ਵੀ ਮਿਲ ਰਹੀ ਹੈ, ਐਕਸਪਲੇਨੇਸ਼ਨ ਦੇ ਨਾਲ ਕਰ ਰਹੇ ਹਾਂ। ਇਹ ਜਿਹੜੀ ਸੀਰੀਜ਼ ਉਹਨਾਂ ਸਟੂਡੈਂਟਸ ਦੇ ਲਈ ਬੈਨੀਫੀਸ਼ੀਅਲ ਹੈ ਜਿਹੜੇ ਸਟੂਡੈਂਟਸ ਨੇ ਪਹਿਲਾਂ ਪ੍ਰੈਪਰੇਸ਼ਨ ਕੀਤੀ ਹੋਈ ਹੈ, ਮਤਲਬ ਜਿਨ੍ਹਾਂ ਨੇ ਆਲਰੇਡੀ ਸਾਰੇ ਸਬਜੈਕਟ ਜੀਕੇ ਦੇ ਕੀਤੇ ਹੋਏ ਹੈ। ਤਾਂ ਉਹਨਾਂ ਨੂੰ ਇਹ ਜਿਹੜੀ ਜੀਕੇ ਸੀਰੀਜ਼ ਦੇ ਜਿਹੜੇ ਕੁਐਸਚਨਸ ਹੈ ਕਾफ़ੀ ਹੈਲਪਫੁਲ ਰਹਿਣ ਵਾਲੇ ਆ ਆਉਣ ਵਾਲੀ ਪੰਜਾਬ ਸੀਰੀਜ਼ ਦੇ ਵਿੱਚ। ਜਿਹੜੇ ਵੀ ਆਪਣੇ ਅਪਕਮਿੰਗ ਪੰਜਾਬ ਦੇ ਪੇਪਰ ਹੋਣ ਜਾ ਰਹੇ ਹੈ, ਜਿਵੇਂ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ PSSB ਜਿਹੜਾ ਆਪਣਾ ਸਿਲੈਕਸ਼ਨ ਬੋਰਡ ਹੈ, ਇਹਦੀਆਂ ਜਿੰਨੀਆਂ ਵੀ ਵੈਕੈਂਸੀਜ਼ ਆਊਟ ਹੋਈਆਂ ਜਾਂ ਅੱਗੋਂ ਹੋਣਗੀਆਂ ਤਾਂ ਉਹਨਾਂ ਹਰ ਇੱਕ ਪੇਪਰ ਦੇ ਲਈ ਇਹ ਜਿਹੜੀ ਜੀਕੇ ਜਿਹੜੀ ਸੀਰੀਜ਼ ਹੈ ਤੁਹਾਨੂੰ ਕਾफ़ੀ ਹੈਲਪਫੁਲ ਰਹੇਗੀ। ਤਾਂ ਅੱਜ ਦੇ ਆਪਾਂ ਕੁਐਸਚਨ ਸਟਾਰਟ ਕਰਦੇ ਹਾਂ। ਹਾਂਜੀ, ਹਰ ਇੱਕ ਕੁਐਸਚਨ ਦੇ ਲਈ ਐਜ਼ ਯੂਜ਼ੂਅਲ ਜਿਵੇਂ ਆਪਾਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਵੀ ਦੇਖਿਆ, ਹਰ ਇੱਕ ਕੁਐਸਚਨ ਦੇ ਲਈ ਤੁਹਾਨੂੰ 15 to 20 ਸੈਕਿੰਡਸ ਦਾ ਟਾਈਮ ਦਿੱਤਾ ਜਾਏਗਾ। ਇੰਨਾ ਜਿਹੜਾ 15 to 20 ਸੈਕਿੰਡਸ ਦੇ ਵਿੱਚ ਤੁਸੀਂ ਆਨਸਰ ਕਰਨਾ ਹੈ ਨੀਚੇ ਲਾਈਵ ਚੈਟ ਦੇ ਵਿੱਚ। ਤਾਂ ਆਪਾਂ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਨਾਲ ਨਾਲ ਆਪਾਂ ਹਰ ਇੱਕ ਕੁਐਸਚਨ ਦੀ ਐਕਸਪਲੇਨੇਸ਼ਨ ਵੀ ਦੇਖਦੇ ਜਾਵਾਂਗੇ। ਹੁਣ ਫਸਟ ਕੁਐਸਚਨ ਕੀ ਹੈ, ਕਾफ़ੀ ਲੈਵਲ ਦਾ ਕੁਐਸਚਨ ਹੈ ਇਹ। ਅਗਰ ਆਪਾਂ ਧਿਆਨ ਨਾਲ ਦੇਖੀਏ, ਜਿਨ੍ਹਾਂ ਨੇ ਇੰਡੀਅਨ ਪੋਲਿਟੀ ਦੇ ਵਿੱਚ ਅਮੈਂਡਮੈਂਟਸ ਪੜ੍ਹੀਆਂ ਹੋਈਆਂ ਤਾਂ ਉਹਦੇ ਵਿੱਚ ਇਹ ਕੁਐਸਚਨ ਆਇਆ ਹੋਇਆ। ਤਾਂ ਕੀ ਕਹਿੰਦਾ ਕੁਐਸਚਨ, ਆਪਾਂ ਰੀਡ ਕਰਦੇ ਹਾਂ। ਵਿਚ ਵਨ ਆਫ ਦਾ ਫੋਲੋਇੰਗ ਅਮੈਂਡਮੈਂਟਸ ਟੂ ਦਾ ਕੌਂਸਟੀਟਿਊਸ਼ਨ ਆਫ ਇੰਡੀਆ ਹੈਜ਼ ਪ੍ਰਿਸਕ੍ਰਾਈਬਡ ਡੈਟ the council of ministers shall not exceed 15% of total number of members of the house of people or legislative assembly in the state। देखो अगर आप क्वेश्चन ਨੂੰ ਧਿਆਨ ਨਾਲ ਪੜ੍ਹੀਏ ਤਾਂ क्वेश्चन ਕੀ ਕਹਿੰਦਾ ਹੈ, ਇਹ ਕਹਿੰਦਾ ਆਪਣੇ ਲੋਕ ਸਭਾ ਹੈਗੀ ਹੈ, ਲੋਕ ਸਭਾ ਪਲੱਸ ਅਗਰ ਆਪਾਂ ਸਟੇਟ ਦੀ ਗੱਲ ਕਰੀਏ ਤਾਂ ਸਟੇਟ ਦੇ ਵਿੱਚ ਸਟੇਟ ਲੈਜਿਸਲੇਟਿਵ ਅਸੈਂਬਲੀ ਹੈ, ਜਿਹਨੂੰ ਆਪਾਂ ਵਿਧਾਨ ਸਭਾ ਕਹਿ ਦਿੰਦੇ ਹਾਂ, ਹੈ ਨਾ। ਤਾਂ ਉੱਥੇ ਕਾਉਂਸਿਲ ਆਫ ਮਿਨਿਸਟਰਸ ਹੁੰਦੇ ਹੈ। ਦੋਨਾਂ ਹਾਊਸਿਸ ਦੇ ਵਿੱਚ ਕੀ ਹੋਣਗੇ, ਕਾਉਂਸਿਲ ਆਫ ਮਿਨਿਸਟਰਸ ਹੁੰਦੇ ਹੈ। ਇਹ ਜਿਹੜੇ ਕਾਉਂਸਿਲ ਆਫ ਮਿਨਿਸਟਰਸ ਹੈ, ਇਹਨਾਂ ਦੀ ਜਿਹੜੀ ਅਗਰ ਆਪਾਂ ਨੰਬਰ ਦੀ ਗੱਲ ਕਰੀਏ ਤਾਂ ਉਹ 15% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਹ ਚੀਜ਼ ਆਪਾਂ ਦੇਖੀ ਹੋਈ ਹੈ। ਤਾਂ ਹੁਣ ਕੁਐਸਚਨ ਕੀ ਕਹਿੰਦਾ ਇਹ ਕਿ ਇਹਨਾਂ ਦੀ ਜਿਹੜਾ ਗਿਣਤੀ ਹੈ, ਸੰਖਿਆ ਜਿਹੜੀ ਇਹਨਾਂ ਦੀ ਕਾਉਂਸਿਲ ਆਫ ਮਿਨਿਸਟਰਸ ਦੀ, ਤਾਂ ਇਹ ਕਿਹੜੀ ਅਮੈਂਡਮੈਂਟ ਦੇ ਵਿੱਚ, ਆਪਣੇ ਸੰਵਿਧਾਨ ਦੀ ਕਿਹੜੀ ਸੋਧ ਦੇ ਵਿੱਚ ਇਹ ਚੀਜ਼ ਲੈ ਕੇ ਆਂਦੀ ਗਈ ਸੀ। ਤਾਂ ਇਹ ਆਨਸਰ ਆਪਾਂ ਕਰਨਾ ਹੈ। ਠੀਕ ਹੈ, 15% ਜਿਹੜੀ ਆਪਾਂ ਨੂੰ ਲਿਮਿਟ ਦਿੱਤੀ ਗਈ ਸੀ ਕਾਉਂਸਿਲ ਆਫ ਮਿਨਿਸਟਰਸ ਦੀ, ਤਾਂ ਇਹ ਕਿਹੜੀ ਸੋਧ ਦੇ ਵਿੱਚ ਲੈ ਕੇ ਆਂਦੀ ਗਈ ਸੀ। ਕਾफ़ੀ ਇੰਪੋਰਟੈਂਟ ਕੁਐਸਚਨ ਹੈ। ਹੁਣ ਆਪਾਂ ਇਹਦੇ ਨਾਲ ਜਿਹੜੇ ਤੁਸੀਂ ਪਹਿਲਾਂ ਆਨਸਰ ਕਰੋ ਕੁਐਸਚਨ ਦਾ, ਫਿਰ ਆਪਾਂ ਨਾਲ ਇਹਦੇ ਜੁੜੇ ਹੋਏ ਫੈਕਟ ਵੀ ਦੇਖਦੇ ਹਾਂ। ਠੀਕ ਹੈ, ਹਾਂਜੀ ਜਲਦੀ ਆਨਸਰ ਕਰੋ ਇਸ ਕੁਐਸਚਨ ਦਾ ਕਿ ਇਹ 91st ਅਮੈਂਡਮੈਂਟ ਦੇ ਵਿੱਚ ਆਈ ਸੀ ਸਾਹਮਣੇ, ਜਾਂ ਇਹ 87th ਅਮੈਂਡਮੈਂਟ ਦੇ ਵਿੱਚ ਆਈ ਸੀ, ਜਾਂ 97th ਅਮੈਂਡਮੈਂਟ ਦੇ ਵਿੱਚ ਆਈ ਸੀ, ਕਿ 90th ਅਮੈਂਡਮੈਂਟ ਦੇ ਵਿੱਚ ਆਈ ਸੀ। ਹਾਂਜੀ, ਜਿਨ੍ਹਾਂ ਨੇ ਅਮੈਂਡਮੈਂਟਸ ਪੜ੍ਹੀਆਂ ਹੋਈਆਂ ਉਹਨਾਂ ਨੂੰ ਪਤਾ ਹੋਏਗਾ ਆਪਣੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਹੁਣ ਤੱਕ ਕਿੰਨੀਆਂ ਅਮੈਂਡਮੈਂਟਸ ਹੋ ਚੁੱਕੀਆਂ। 104 ਅਮੈਂਡਮੈਂਟਸ ਹੋ ਚੁੱਕੀਆਂ। ਔਰ ਡੈਫੀਨੇਟਲੀ ਹੈ ਜੀ, ਇੱਕ ਕੁਐਸਚਨ ਅਮੈਂਡਮੈਂਟਸ ਦੇ ਵਿੱਚੋਂ ਆਉਣਾ ਹੀ ਆਉਣਾ ਹੁੰਦਾ। ਔਰ ਸਟੂਡੈਂਟਸ ਇੱਕ ਚੀਜ਼ ਦਾ ਹੋਰ ਤੁਸੀਂ ਧਿਆਨ ਰੱਖਿਓ ਕਿ ਜਿਹੜੀਆਂ 101 ਤੋਂ ਲੈ ਕੇ 104 ਤੱਕ ਅਮੈਂਡਮੈਂਟ ਹੋਈਆਂ ਹੁਣ ਤੱਕ, ਜਿਹੜੀਆਂ ਰੀਸੈਂਟਲੀ ਹੋਈਆਂ, ਹੈ ਨਾ, ਤਾਂ ਇਹਨਾਂ ਅਮੈਂਡਮੈਂਟਸ ਨੂੰ ਤੁਸੀਂ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਕਰ ਲੈਣਾ ਹੈ। ਨੋ ਡਾਊਟ ਆਪਾਂ ਜਦੋਂ ਪੋਲਿਟੀ ਪੜ੍ਹਦੇ ਹਾਂ ਉਦੋਂ ਆਪਾਂ 100 ਅਮੈਂਡਮੈਂਟਸ ਤਾਂ ਬਹੁਤ ਕਲੈਰੀਫਿਕੇਸ਼ਨ ਦੇ ਨਾਲ ਕਰਦੇ ਹੁੰਦੇ ਹਾਂ, ਬਟ ਕੀ ਹੁੰਦਾ ਕਈ ਵਾਰ ਜਿਹੜੀਆਂ ਰੀਸੈਂਟ ਵਾਲੀਆਂ ਅਮੈਂਡਮੈਂਟਸ ਉਹ ਰਹਿ ਜਾਂਦੀਆਂ ਹੁੰਦੀਆਂ ਜਦੋਂ ਆਪਾਂ ਸਟੱਡੀ ਕਰਦੇ ਹੁੰਦੇ ਹਾਂ। ਤਾਂ ਸਾਰੀਆਂ ਅਮੈਂਡਮੈਂਟਸ ਤੁਸੀਂ ਧਿਆਨ ਦੇਣਾ, ਖਾਸ ਕਰਕੇ ਜਿਹੜੀ 102 ਨੰਬਰ ਅਮੈਂਡਮੈਂਟ, 103 ਨੰਬਰ ਅਮੈਂਡਮੈਂਟ ਔਰ ਲਾਸਟ ਜਿਹੜੀ ਹੋਈ ਹੈ 104 ਨੰਬਰ ਅਮੈਂਡਮੈਂਟ, ਇਹ ਜਿਹੜੀਆਂ ਅਮੈਂਡਮੈਂਟਸ ਕਾफ़ੀ ਇੰਪੋਰਟੈਂਟ ਹੈ। ਹਾਂਜੀ, ਤਾਂ ਹੁਣ ਆਪਣੇ ਫਸਟ ਕੁਐਸਚਨ ਦਾ ਆਨਸਰ ਕਰੋ। ਵਿਚ ਅਮੈਂਡਮੈਂਟ, ਕਿਹੜੀ ਅਮੈਂਡਮੈਂਟ ਨੇ ਕਿਹਾ ਸੀ कि काउंसिल ऑफ मिनिस्टर्स की जिहड़ी
गिनती है वो 15% तो ज़्यादा नहीं होनी चाहिए उस हाउस की टोटल नंबर दे। तो ये किहड़ी अमेंडमेंट दे विच सामने आई सी? आंसर इहदा की है? ऑप्शन नंबर फस्ट 91st अमेंडमेंट दे विच यह चीज़ अपने कोल सामने आई सी। मतलब इन्हां दी गिनती जिहड़ी ओह लिमिट कर दित्ती गई सी 91st अमेंडमेंट दे विच। ठीक, इस अमेंडमेंट दे विच अगर आपां अमेंडमेंट की गल करिए तो अमेंडमेंट होई कदों सी? तो ये अमेंडमेंट कदों हुई सी? 2004 दे विच ये अमेंडमेंट हुई सी। ठीक, आपां नाल ईयर भी याद रखना है। इस अमेंडमेंट दे विच एक होर चीज़ भी गल कीती गई सी कि डिसकुआलीफिकेशन बारे गल कीती गई सी मिनिस्टर दी, कि कोई भी अगर काउंसिल ऑफ मिनिस्टर्स हैगा, मान लो वो डिसकुआलीफाई हो गया किहड़े एक्ट दे राहीं? एंटी डिफैक्शन लॉ दे राहीं, जिहड़ा एंटी डिफैक्शन लॉ 1985 दे विच बनिया सी। इस बारे आपां लास्ट लेक्चर दे विच भी डिस्कस किया सी, लास्ट सीरीज़ दे विच भी। ठीक है, तो जिहड़ी उन्होंने अगर मान लो कोई भी मैंबर है, लोक सभा का मैंबर है या राज सभा का मैंबर है, अगर वो डिसकुआलीफाई हो गया अंडर द एंटी डिफैक्शन लॉ 1985, अगर उन्होंने डिसकुआलीफाई कर दिता गया तो हुण ओह जिहड़ा परसन अगर वो मिनिस्टर हैगा तो वह मिनिस्टर के पद तो भी की देऊगा? अस्तीफा देऊगा, रिज़ाइन देना पऊगा। ठीक है, इस अमेंडमेंट दे विच भी ये गल कही गई है। इस तो बिना होर आपां गल करिए 87th अमेंडमेंट, तो 87th अमेंडमेंट भी कदों हुई है? सेम ईयर ही है, 2004 दे विच ही हुई है। ठीक है, तो 87th अमेंडमेंट कदों हुई है? 2004 दे विच। हुण एक चीज़ देखो स्टूडेंट्स, 87th अमेंडमेंट भी लागू कदों हुई? 2004 दे विच। इहदा मतलब जिहड़ियां विच वालियां अमेंडमेंट्स होणगियां उन्हां दा ईयर भी इन्हां दे नेड़े तेड़े होऊगा जां 2004 ही होऊगा। तो आपां देखदे हां हुण पहलां 87th अमेंडमेंट दे विच की गल कही गई सी। तुसीं ये वाले जिहड़े फैक्ट है नाल आपदी नोटबुक दे उपर नोट जरूर करदे रहिओ। ठीक है जी, हाँ जी। 87th अमेंडमेंट दे विच हुण जिहड़ी पॉइंट दी आपां गल करन जा रहे हैं ये भी काफ़ी इंपोर्टेंट है। देखो 87th अमेंडमेंट दे विच की कहा गया सी कि जिहड़ी एलोकेशन होगी सीट्स दी, एलोकेशन ऑफ सीट्स मतलब किसी भी स्टेट दे विच लोक सभा दीयां किन्नियां सीटां है, एलोकेशन ऑफ जिहड़ी सीट्स हुंदियां मतलब किहड़ी स्टेट दे विच किन्नियां सीट्स होणगियां। इस तो बिना उत्थे जिहड़े टैरीटोरीअल कॉन्स्टिट्यूएंसीज़ बनाईयां जांदियां। टैरीटोरीअल कॉन्स्टिट्यूएंसीज़ दा मतलब कि अगर आपां पंजाबी च गल करिए तो इनू कह दिंदे चुनाव खेतर। ठीक है, चुनाव क्षेत्र या चुनाव खेतर। तो ये इन्हां कॉन्स्टिट्यूएंसीज़ दे विच टैरीटोरीअल कॉन्स्टिट्यूएंसीज़ की गल की जाए जां एलोकेशन ऑफ लोक सभा दीयां सीट्स की गल की जाए, मतलब हुण हर एक स्टेट दे कोल की है लोक सभा दीयां पर्टिकुलर नंबर ऑफ सीट्स है। तुसीं मैनूं दसो कि जिहड़ियां ये नंबर ऑफ सीट्स हुंदियां, जिवें मैं पंजाब दी ही गल करां तो पंजाब दे विच जिहड़ियां सीट्स आ वो किन्नियां? टोटल 13 सीट्स है। अगर आपां पंजाब दी लोक सभा दी सीटां दी गल करिए है ना, तो लोक सभा दीयां सीट्स जिहड़ियां हैगियां वो पंजाब दे विच किन्नियां? 13 है। हुण ये जिहड़ियां सीट्स एलोकेट कीतियां गईयां पंजाब नूं, ये किस बेसिस ते कीतियां गईयां? ये जिहड़ियां एलोकेशन हुंदी है सीट्स मतलब पंजाब दे विच 13 होणगियां, इस स्टेट दे विच कोई फलानी स्टेट है उहदे विच इन्नियां सीटां होणगियां, तो वो जिहड़ी एलोकेशन ऑफ सीट्स है वो किंदे बेस दे उपर हुंदी है? वो पॉपूलेशन बेस्ड हुंदी है। हुण पॉपूलेशन तो अपने देश की लगातार वधदी जा रही है, ये भी आपां नूं पता है। तो 87th अमेंडमेंट दे विच यही चीज़ कही गई सी कि जिहड़ी एलोकेशन ऑफ सीट्स होगी लोक सभा दे विच मतलब हर एक स्टेट नूं कह लो जां हर एक एरिए नूं किन्नियां सीटां दित्तियां जाणगियां, ਉਹ ਜਿਹੜੀ ਐਲੋਕੇਸ਼ਨ ਹੋਊਗੀ ਉਹ 2001 ਦੀ ਪੋਪੂਲੇਸ਼ਨ ਦੇ ਆਧਾਰ ਤੇ ਹੋਊਗੀ। ਮਤਲਬ ਜਿਹੜੀ ਸੈਂਸਿਸ 2001 ਦੇ ਵਿੱਚ ਰਿਜ਼ਲਟ ਆਇਆ ਆਪਣੇ ਕੋਲ ਉਸ ਬੇਸਿਸ ਤੇ ਹੋਊਗੀ। ਠੀਕ ਹੈ ਜੀ। ਇਸ ਤੋਂ ਪਹਿਲਾਂ ਜਿਹੜੀ ਐਲੋਕੇਸ਼ਨ ਕੀਤੀ ਜਾਂਦੀ ਸੀ ਲੋਕ ਸਭਾ ਦੀਆਂ ਸੀਟਸ ਦੀ ਉਹ 1991 ਦੇ ਉੱਪਰ ਆਧਾਰ ਤੇ ਕੀਤੀ ਜਾਂਦੀ ਸੀ। ਹੁਣ ਇਹਨਾਂ ਨੇ 87th ਅਮੈਂਡਮੈਂਟ ਜਿਹੜੀ 2004 ਦੇ ਵਿੱਚ ਲਾਗੂ ਕੀਤੀ ਗਈ ਹੈ ਤਾਂ ਉਹਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ किस बेसिस ते कीतियां गईयां 2001 की सेंसिस के आधार पर कीतियां गईयां। काफ़ी इंपोर्टेंट है ये जी अमेंडमेंट। ठीक है, तैनूं दो अमेंडमेंट याद हो गई होनी। नैक्सट 97th अमेंडमेंट की गल करिए तो 97th अमेंडमेंट कदों हुई है? तो 97th अमेंडमेंट कदों हुई है? हाँ जी, कोई दस सकता है?
97th ਅਮੈਂਡਮੈਂਟ ਹੋਈ ਸੀ 2012 ਦੇ ਵਿੱਚ। ਇੰਪੋਰਟੈਂਟ ਹੈ, 2012 ਦੇ ਵਿੱਚ ਇਹ ਅਮੈਂਡਮੈਂਟ ਹੋਈ ਸੀ। ਇਸ ਅਮੈਂਡਮੈਂਟ ਦੇ ਵਿੱਚ ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ ਕਿ ਇਸ ਅਮੈਂਡਮੈਂਟ ਦੇ ਵਿੱਚ ਇੱਕ ਤਾਂ ਨਵਾਂ ਆਰਟੀਕਲ ਐਡ ਕੀਤਾ ਗਿਆ ਸੀ। ਆਰਟੀਕਲ ਕਿਹੜਾ ਐਡ ਕੀਤਾ ਗਿਆ ਸੀ 2012 ਦੇ ਵਿੱਚ ਜਿਹੜੀ ਅਮੈਂਡਮੈਂਟ ਹੋਈ ਹੈ 97 43B ਨਵਾਂ ਆਰਟੀਕਲ ਆਪਣਾ ਐਡ ਕੀਤਾ ਗਿਆ ਸੀ। ਤੁਸੀਂ ਮੈਨੂੰ ਦੱਸ ਸਕਦੇ ਹੋ 43B ਜਿਹੜਾ ਆਰਟੀਕਲ ਹੈ ਉਹ ਕਿਹੜੇ ਪਾਰਟ ਦੇ ਵਿੱਚ ਹੈ? ਹਾਂਜੀ, ਜਲਦੀ ਜਲਦੀ ਆਪਣੇ ਮਾਈਂਡ 'ਚ ਸੋਚੋ। ਆਪਾਂ ਪਾਰਟਸ ਨੰਬਰ ਕੀਤੇ ਹੈ। ਫਸਟ ਪਾਰਟ ਦਾ ਆਰਟੀਕਲ ਨੰਬਰ ਕਿੰਨਾ? 1 ਤੋਂ ਲੈ ਕੇ 4 ਤੱਕ। ਦੂਸਰੇ ਦਾ 5 ਤੋਂ 11 ਤੱਕ। ਤੀਜਾ 12 ਤੋਂ 35 ਐਂਡ ਫੋਰਥ ਵਨ ਇਜ਼ ਚੌਥਾ ਜਿਹੜਾ ਹੈਗਾ ਪਾਰਟ ਉਹ ਕਿੰਨੇ ਤੋਂ ਕਿੰਨੇ ਤੱਕ ਹੈ? 36 ਤੋਂ 51 ਤੱਕ ਹੈ ਨਾ। ਤਾਂ 36 ਤੋਂ 51 ਤੱਕ ਹੈਗਾ। ਇਹਦਾ ਮਤਲਬ 43B ਜਿਹੜਾ ਆਰਟੀਕਲ ਐਡ ਕੀਤਾ ਗਿਆ ਉਹ ਕਿਹੜੇ ਪਾਰਟ ਦੇ ਵਿੱਚ ਐਡ ਕੀਤਾ ਗਿਆ? ਪਾਰਟ ਨੰਬਰ 4th ਦੇ ਵਿੱਚ ਐਡ ਕੀਤਾ ਗਿਆ। ਐਂਡ ਪਾਰਟ ਨੰਬਰ 4th ਦਾ ਨਾਮ ਕੀ ਹੈ? DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਠੀਕ, ਇਸ ਤੋਂ ਬਿਨਾਂ ਕੁਝ ਕੁ ਹੋਰ ਬਦਲਾਅ ਵੀ ਕੀਤੇ ਗਏ ਸੀ। ਜਿਵੇਂ ਆਪਾਂ ਗੱਲ ਕਰੀਏ 97th ਅਮੈਂਡਮੈਂਟ ਦੀ ਤਾਂ ਇਹਦੇ ਵਿੱਚ ਹੀ ਆਰਟੀਕਲ 19 ਦੇ ਵਿੱਚ ਵੀ ਬਦਲਾਅ ਕੀਤਾ ਗਿਆ ਸੀ। ਕੁਝ ਕੁ ਬਦਲਾਅ ਹੋਏ ਸੀਗੇ ਆਰਟੀਕਲ 19 ਦੇ ਵਿੱਚ। ਬਸ ਇੰਨੀ ਕੁ ਚੀਜ਼ ਤੁਸੀਂ ਯਾਦ ਰੱਖਣੀ ਹੈ। ਨੈਕਸਟ ਹੈਗਾ 90th ਅਮੈਂਡਮੈਂਟ। 90th ਅਮੈਂਡਮੈਂਟ ਜਿਹੜੀ ਹੋਈ ਸੀ ਇਹ 2003-4 ਦੇ ਵਿੱਚ ਹੋਈ ਹੈ। ਠੀਕ ਹੈ, ਤਾਂ ਇਹਦੇ ਵਿੱਚ ਕੀ ਕੀਤਾ ਗਿਆ ਸੀ? ਇਹ ਬੇਸਿਕਲੀ ਅਮੈਂਡਮੈਂਟ ਕਿਹਦੇ ਨਾਲ ਜੁੜੀ ਹੋਈ ਹੈ? ਅਸਾਮ ਦੇ ਵਿੱਚ ਬੋਡੋ ਏਰੀਆ, ਬੋਡੋ ਲੈਂਗੁਏਜ ਆਪਾਂ ਡਿਸਕਸ ਕੀਤੀ ਸੀ, ਬੋਡੋ ਏਰੀਏ ਦੇ ਨਾਲ ਇਹ ਅਮੈਂਡਮੈਂਟ ਜੁੜੀ ਹੋਈ ਹੈ। ਠੀਕ ਹੈ, ਮੈਂ ਇੱਥੇ ਲਿਖ ਦਿੰਦਾ ਉੱਪਰ ਅਸਾਮ ਦੇ ਕਿਹੜੇ ਏਰੀਏ ਦੇ ਨਾਲ? ਬੋਡੋ ਏਰੀਏ ਦੇ ਨਾਲ ਇਹ ਅਮੈਂਡਮੈਂਟ ਜੁੜੀ ਹੋਈ ਹੈ। ਤਾਂ ਆਪਣੇ ਕੋਲ ਇਹ ਫਸਟ ਕੁਐਸਚਨ ਸੀ। ਆਈ ਹੋਪ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਕਲੀਅਰ ਹੋ ਗਈਆਂ ਹੋਣੀਆਂ ਔਰ ਨਾਲ ਨਾਲ ਤੁਸੀਂ ਨੋਟਬੁੱਕ ਦੇ ਉੱਪਰ ਇਹ ਚੀਜ਼ਾਂ ਨੋਟ ਵੀ ਕਰਦੇ ਜਾਇਓ, ਕਾਫੀ ਇੰਪੋਰਟੈਂਟ ਆਪਣੇ ਪੇਪਰ ਪੁਆਇੰਟ ਆਫ ਵਿਊ ਨਾਲ। ਨੈਕਸਟ, ਅੰਡਰ ਵਿਚ ਵਨ ਆਫ ਦਾ ਫੋਲੋਇੰਗ ਅਮੈਂਡਮੈਂਟਸ ਐਕਟ ਵਾਜ਼ ਦਾ ਸਿੱਕਿਮ ਐਡਮਿਟਡ ਇਨਟੂ ਦਾ ਯੂਨੀਅਨ ਆਫ ਇੰਡੀਆ ਐਜ਼ ਏ ਫੁੱਲ ਫਲੈਜ ਸਟੇਟ। ਹੁਣ ਦੇਖੋ ਸਿੱਕਿਮ ਆਪਣੀ ਸਟੇਟ ਹੈ। ਠੀਕ ਹੈ ਜੀ, ਤਾਂ ਸਿੱਕਿਮ ਨੂੰ ਫੁੱਲ ਫਲੈਜ ਸਟੇਟ ਦਾ ਜਿਹੜਾ ਦਰਜਾ ਉਹ ਕਦੋਂ ਦਿੱਤਾ ਗਿਆ ਸੀ? ਕਿਹੜੀ ਅਮੈਂਡਮੈਂਟ ਦੇ ਵਿੱਚ ਦਿੱਤਾ ਗਿਆ ਸੀ? ਇਹ ਕੁਐਸਚਨ ਪੁੱਛਿਆ ਗਿਆ। ਹਾਂਜੀ, ਹੁਣ ਇਹਦਾ ਆਨਸਰ ਕਰੋ ਤੁਸੀਂ ਕਿ ਸਿੱਕਿਮ ਜਿਹੜੀ ਸਟੇਟ ਹੈ ਉਹ ਆਪਣੀ ਇੰਡੀਆ ਦੀ ਫੁੱਲ ਫਲੈਜ ਸਟੇਟ ਕਦੋਂ ਬਣਾਈ ਗਈ ਸੀ? ਕਦੋਂ ਇਹਨੂੰ ਫੁੱਲ ਫਲੈਜ ਸਟੇਟ ਦਾ ਦਰਜਾ ਦਿੱਤਾ ਗਿਆ ਸੀ? ਕਿਹੜੀ ਅਮੈਂਡਮੈਂਟ ਦੇ ਵਿੱਚ? ਨਾਲ ਤੁਸੀਂ ਮੈਨੂੰ ਇਹ ਵੀ ਦੱਸਣਾ ਕਿ ਇਹ ਜਿਹੜੀ ਅਮੈਂਡਮੈਂਟ ਹੋਈ ਸੀ ਕਦੋਂ ਹੋਈ ਸੀ। ਠੀਕ ਹੈ ਜੀ, ਨਾਲ ਇਹ ਵੀ ਤੁਸੀਂ ਈਅਰ ਵੀ ਮੈਂਸ਼ਨ ਕਰਨਾ ਹੈ ਅਮੈਂਡਮੈਂਟ ਦਾ। ਤਾਂ ਉਹਨੇ ਬਾਰੇ ਆਪਾਂ ਉਨੀ ਦੇਰ ਆਪਾਂ ਸਿੱਕਿਮ ਬਾਰੇ ਡਿਸਕਸ ਕਰ ਲੈਂਦੇ ਹਾਂ। ਸਿੱਕਿਮ ਜਿਹੜੀ ਸਟੇਟ ਹੈ ਉਹ ਤੁਸੀਂ ਦੇਖਦੇ ਹੋ ਨਾ, ਅਗਰ ਆਪਾਂ ਇੰਡੀਆ ਦਾ ਮੈਪ ਦੇਖਾਂਗੇ ਤਾਂ ਇੰਡੀਆ ਦੇ ਮੈਪ ਦੇ ਵਿੱਚ ਆਪਣਾ ਇੰਡੀਆ ਮੇਨਲੈਂਡ ਰਹਿ ਗਈ, ਤਾਂ ਇੱਥੇ ਜੇ ਆਪਣੇ ਕੋਲ ਸਿੱਕਿਮ ਹੈਗੀ ਹੈ। ਠੀਕ ਹੈ, ਤਾਂ ਸਿੱਕਿਮ ਜਿਹੜੀ ਆ ਉਹ 3 ਪਾਸਿਆਂ ਤੋਂ ਕੀ ਹੈ ਅਦਰ ਕੰਟਰੀਜ਼ ਦੇ ਨਾਲ ਘਿਰਿਆ ਹੋਇਆ ਆਪਣਾ ਸਟੇਟ ਹੈ। ਮਤਲਬ ਇਸ ਜਿਹੜੀ ਛੋਟੀ ਜਿਹੀ ਸਟੇਟ ਨੂੰ ਨਾ 3 ਪਾਸਿਆਂ ਤੋਂ ਕੀ ਹੈ 2-3 ਹੋਰ ਕੰਟਰੀਜ਼ ਲੱਗਦੀਆਂ। ਆਪਾਂ ਅੱਗੇ ਜਾ ਕੇ ਦੇਖਾਂਗੇ ਵੀ ਕਿਹੜੀਆਂ ਕਿਹੜੀਆਂ ਕੰਟਰੀਜ਼ ਹੈ। ਆਪਾਂ ਹੁਣ ਦੇਖਦੇ ਹਾਂ ਵੀ ਸਿੱਕਿਮ। ਹਾਂਜੀ, ਆਈ ਹੋਪ ਤੁਹਾਨੂੰ ਆਨਸਰ ਦਾ ਪਤਾ ਹੋਏਗਾ, ਤੁਸੀਂ ਆਨਸਰ ਕਰ ਦਿੱਤਾ ਹੋਏਗਾ ਇਸ ਕੁਐਸਚਨ ਦਾ। ਹਾਂਜੀ, ਤਾਂ ਸਿੱਕਿਮ ਜਿਹੜੀ ਸਟੇਟ ਹੈ ਉਹਨੂੰ ਫੁੱਲ ਫਲੈਜ ਸਟੇਟ ਕਦੋਂ ਬਣਾਈ ਗਈ ਸੀ ਇੰਡੀਆ ਦੀ? ਆਨਸਰ ਕੀ ਹੈ ਇਹਦਾ? 36th ਅਮੈਂਡਮੈਂਟ, 36ਵੀਂ ਅਮੈਂਡਮੈਂਟ ਕੀਤੀ ਗਈ ਸੀ ਜਿੰਦੇ ਵਿੱਚ ਸਿੱਕਿਮ ਨੂੰ ਫੁੱਲ ਫਲੈਜ ਸਟੇਟ ਦਾ ਦਰਜਾ ਦਿੱਤਾ ਗਿਆ ਸੀ। ਇਹ ਅਮੈਂਡਮੈਂਟ ਹੋਈ ਕਦੋਂ ਸੀ? ਅਗਰ ਅਮੈਂਡਮੈਂਟ ਈਅਰ ਯਾਦ ਰੱਖਣਾ ਹੈ ਤਾਂ ਕਦੋਂ ਹੋਈ ਸੀ? 1975 ਦੇ ਵਿੱਚ ਇਹ ਅਮੈਂਡਮੈਂਟ ਹੋਈ ਸੀ। ਇਸ ਤੋਂ ਪਹਿਲਾਂ ਸਿੱਕਿਮ ਬਾਰੇ ਹੀ ਗੱਲ ਕਰਦੇ ਹਾਂ। ਸਿੱਕਿਮ ਨੂੰ ਇੱਕ ਐਸੋਸੀਏਟ ਸਟੇਟ ਦਾ ਦਰਜਾ ਦਿੱਤਾ ਗਿਆ ਸੀ। ਮਤਲਬ ਹਜੇ ਫੁੱਲ ਸਟੇਟ ਨਹੀਂ ਬਣਾਈ ਗਈ ਸੀ, ਇੱਕ ਐਸੋਸੀਏਟ ਸਟੇਟ ਬਣਾਤੀ ਗਈ। ਇਹ ਇੱਕ ਨਵਾਂ ਕੰਸੈਪਟ ਉਦੋਂ ਨਿਕਲ ਕੇ ਆਇਆ ਸੀ ਕਿ ਸਿੱਕਿਮ ਨੂੰ ਪਹਿਲਾਂ ਆਪਾਂ ਐਸੋਸੀਏਟ ਸਟੇਟ ਬਣਾਵਾਂਗੇ। ਤਾਂ ਐਸੋਸੀਏਟ ਸਟੇਟ ਜਿਹੜੀ ਬਣਾਈ ਗਈ ਸੀ ਉਹ ਕਿਹੜੀ ਅਮੈਂਡਮੈਂਟ ਦੇ ਵਿੱਚ ਬਣਾਈ ਗਈ ਸੀ? ਤਾਂ ਉਹ 35th ਅਮੈਂਡਮੈਂਟ ਦੇ ਵਿੱਚ ਐਸੋਸੀਏਟ ਸਟੇਟ ਬਣਾਈ ਗਈ ਸੀ। ਮਤਲਬ ਹਾਲੇ ਕੰਪਲੀਟਲੀ ਸਟੇਟ ਨਹੀਂ ਬਣਾਈ ਗਈ ਸੀ, ਫੁੱਲ ਫਲੈਜ ਸਟੇਟ ਨਹੀਂ ਬਣਾਈ। ਆਪਾਂ ਕੀ ਇਹਨੂੰ ਕਿਹੜੀ ਕੈਟੇਗਰੀ ਦੇ ਵਿੱਚ ਰੱਖਿਆ ਸੀ? ਐਸੋਸੀਏਟ ਸਟੇਟ ਦੇ ਵਿੱਚ ਰੱਖਿਆ ਸੀ। ਤਾਂ ਜਿਹੜੀ 35th ਅਮੈਂਡਮੈਂਟ ਹੋਈ ਸੀ ਇਹ ਕਦੋਂ ਕੀਤੀ ਗਈ ਸੀ? ਇਹ ਵੀ ਸੇਮ ਈਅਰ ਦੇ ਵਿੱਚ ਹੀ ਕੀਤੀ ਗਈ ਸੀ, 1975 ਦੇ ਵਿੱਚ ਇਹ ਅਮੈਂਡਮੈਂਟ ਆਈ ਸੀ। ਠੀਕ ਹੈ ਜੀ, ਇਸ ਤੋਂ ਬਿਨਾਂ ਇੱਕ ਆਪਾਂ ਇਹਦੇ ਵਿੱਚ ਹੀ ਅਮੈਂਡਮੈਂਟਸ ਦੇ ਵਿੱਚ ਹੀ 4th ਨੰਬਰ 'ਤੇ ਜਿਹੜੀ ਲਿਖੀ ਹੋਈ ਹੈ 38th ਅਮੈਂਡਮੈਂਟ। 38th ਅਮੈਂਡਮੈਂਟ ਕੀ ਕਹਿੰਦੀ ਹੈ?
38th ਅਮੈਂਡਮੈਂਟ ਇਹ ਵੀ 1975 ਦੇ ਵਿੱਚ ਹੀ ਹੋਈ ਸੀ। ਇਹਦੇ ਵਿੱਚ ਕੀ ਕਿਹਾ ਗਿਆ ਸੀ, ਕਹਿੰਦਾ ਜਿਹੜੀ ਐਮਰਜੈਂਸੀ ਡਿਕਲੇਅਰ ਕੀਤੀ ਜਾਂਦੀ ਹੈ ਅੰਡਰ ਦਾ ਆਰਟੀਕਲ ਨੰਬਰ, ਹਾਂਜੀ ਐਮਰਜੈਂਸੀ ਆਰਟੀਕਲ ਨੰਬਰ ਕਿੰਨਾ ਹੈ, 352 ਨੰਬਰ ਆਰਟੀਕਲ है। ਪ੍ਰੈਜ਼ੀਡੈਂਟ ਦੁਆਰਾ ਐਮਰਜੈਂਸੀ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਜਾਂਦੀ ਹੈ। ਇਸ ਅਮੈਂਡਮੈਂਟ ਦੇ ਵਿੱਚ ਕੀ ਕਿਹਾ ਗਿਆ ਸੀ, 38th ਅਮੈਂਡਮੈਂਟ ਦੇ ਵਿੱਚ 1975 ਦੇ ਵਿੱਚ ਕੀ ਕਿਹਾ ਗਿਆ ਸੀ ਕਿ ਇਹਦਾ ਜਿਹੜੀ ਅਮੈਂਡਮੈਂਟ ਇਹ ਜਿਹੜੀ ਕੀਤੀ ਗਈ ਸੀ, ਐਮਰਜੈਂਸੀ ਜਿਹੜੀ ਲਗਾਈ ਜਾਂਦੀ ਹੈ ਪ੍ਰੈਜ਼ੀਡੈਂਟ ਦੁਆਰਾ, ਇਹ ਕਿਸੇ ਵੀ ਕੋਰਟ ਦੇ ਵਿੱਚ ਜਾ ਕੇ ਇਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਇਹਨੂੰ ਚੈਲੰਜ ਨਹੀਂ ਕਰ ਸਕਦੇ ਕਿ ਮੰਨ ਲਓ ਇੱਕ ਵਾਰੀ ਪ੍ਰੈਜ਼ੀਡੈਂਟ ਨੇ ਐਮਰਜੈਂਸੀ ਡਿਕਲੇਅਰ ਕਰਤੀ ਤਾਂ ਕੋਈ ਵੀ ਉਹਨੂੰ ਚੈਲੰਜ ਨਹੀਂ ਕਰ ਸਕਦਾ ਦੇਸ਼ ਦੀ ਕਿਸੇ ਵੀ ਕੋਰਟ ਦੇ ਵਿੱਚ ਜਾ ਕੇ। ਠੀਕ ਹੈ ਜੀ, ਤਾਂ ਆਪਣੇ ਕੋਲ ਇਹ ਸੈਕਿੰਡ ਨੰਬਰ ਕੁਐਸਚਨ ਸੀ। ਤਾਂ ਆਪਾਂ ਥਰਡ ਨੰਬਰ 'ਤੇ ਚੱਲਦੇ ਹਾਂ। ਤੀਜਾ ਕੁਐਸਚਨ ਕੀ ਕਹਿੰਦਾ, ਇਹ ਵੀ ਪੋਲਿਟੀ ਦੇ ਵਿੱਚੋਂ ਹੀ ਕੁਐਸਚਨ ਆਇਆ ਹੋਇਆ ਔਰ ਕੁਐਸਚਨ ਕਾफ़ी ਅੱਛੇ ਲੈਵਲ ਦੇ ਆ ਇਹ। ਜਿਨ੍ਹਾਂ ਨੇ ਪੋਲਿਟੀ ਡੀਪ ਪੜ੍ਹੀ ਹੋਈ ਆ ਉਹਨਾਂ ਨੂੰ ਇਸ ਦੇ ਆਨਸਰ ਵੀ ਆਉਂਦੇ ਹੋਣਗੇ। ਠੀਕ ਹੈ, ਹਾਂਜੀ। ਹਾਊ ਮੈਨੀ ਮੈਂਬਰਸ ਆਫ ਦਾ ਸਟੇਟ ਲੈਜਿਸਲੇਟਿਵ ਕਾਊਂਸਿਲ ਆਰ ਇਲੈਕਟਿਡ ਬਾਏ ਦਾ ਅਸੈਂਬਲੀ। ਤਾਂ ਆਪਣੇ 2 ਹਾਊਸ ਹੁੰਦੇ ਆ ਸਟੇਟ ਲੈਜਿਸਲੇਟਿਵ ਦੇ ਵਿੱਚ, ਜਦੋਂ ਬਾਈ ਕੈਮਰਲ ਸਿਸਟਮ ਹੋਵੇ ਕਿਸੇ ਵੀ ਸਟੇਟ ਦੀ। ਠੀਕ ਹੈ, ਬਾਈ ਕੈਮਰਲ ਸਿਸਟਮ ਦਾ ਮਤਲਬ ਕੀ ਹੈ, ਬਾਈ ਕੈਮਰਲ ਸਿਸਟਮ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਵੀ ਸਟੇਟ ਦੇ ਵਿੱਚ 2 ਹਾਊਸ ਹੋਣ ਜਾਂ ਸਟੇਟ ਲੈਜਿਸਲੇਟਿਵ ਅਸੈਂਬਲੀ ਵੀ ਹੋਵੇ, ਮਤਲਬ ਇਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਵਿਧਾਨ ਸਭਾ ਵੀ ਹੋਵੇ, ਤੇ ਦੂਸਰੀ ਸਟੇਟ ਲੈਜਿਸਲੇਟਿਵ ਕਾਊਂਸਿਲ ਵੀ ਹੋਵੇ, ਮਤਲਬ ਵਿਧਾਨ ਪਰਿਸ਼ਦ ਵੀ ਹੋਵੇ। ਇਹਨੂੰ ਆਪਾਂ ਕੀ ਕਹਿੰਦੇ ਹਾਂ, ਵਿਧਾਨ ਪਰਿਸ਼ਦ। ਠੀਕ ਹੈ ਜੀ, ਅਗਰ ਇਹ ਦੋਨੋਂ ਜਿਹੜੀਆਂ ਹੈਗੀਆਂ, ਦੋਨੋਂ ਹਾਊਸ ਹੈਗੇ ਆਪਣੇ ਕਿਸੇ ਵੀ ਸਟੇਟ ਦੇ ਵਿੱਚ, ਤਾਂ ਉੱਥੋਂ ਦੀ ਜਿਹੜੀ ਸ਼ਾਸਨ ਪ੍ਰਣਾਲੀ ਨੂੰ ਕੀ ਕਹਿੰਦੇ ਆਪਾਂ, ਬਾਈ ਕੈਮਰਲ ਸਿਸਟਮ। ਠੀਕ, ਹੁਣ ਜਿਹੜੀ ਅਗਰ ਕਾਊਂਸਿਲ ਬਣਾਈ ਗਈ ਹੈ ਤਾਂ ਇਹਦੇ ਵਿੱਚ ਜਿੰਨੇ ਵੀ ਮੈਂਬਰ ਹੋਣਗੇ ਉਹਨਾਂ ਦੀ ਜਿਹੜੀ ਇਲੈਕਸ਼ਨ ਹੋਊਗੀ, ਉਹ ਇਲੈਕਸ਼ਨ ਦੇ ਵਿੱਚ ਕੌਣ ਕਿੰਨੇ ਮੈਂਬਰ ਇਲੈਕਟ ਕਰ ਸਕਦਾ। ਇੱਥੇ ਕੁਐਸਚਨ ਆਪਣੇ ਕੋਲ ਕੀ ਆਇਆ ਕਿ ਜਿਹੜੀ ਕਾਊਂਸਿਲ ਬਣੀ ਹੁੰਦੀ ਹੈ ਉਹਦੇ ਵਿੱਚ ਕਿੰਨੇ ਮੈਂਬਰ ਜਿਹੜੇ ਇਲੈਕਟ ਕੀਤੇ ਜਾਂਦੇ ਆ, ਕਿੰਦੇ ਦੁਆਰਾ, ਅਸੈਂਬਲੀ ਦੁਆਰਾ, ਮਤਲਬ ਵਿਧਾਨ ਸਭਾ ਦੁਆਰਾ ਕੁਝ ਕੁ ਨੰਬਰ ਜਿਹੜਾ ਇਹਨਾਂ ਦੇ ਵਿੱਚ ਇਲੈਕਟ ਕੀਤਾ ਜਾਂਦਾ। ਤਾਂ ਤੁਸੀਂ ਦੱਸਣਾ ਵੀ ਇਹਦੇ ਵਿੱਚ ਕਿੰਨਾ ਨੰਬਰ ਜਿਹੜਾ ਇਲੈਕਟ ਕੀਤਾ ਜਾਂਦਾ, ਕਿੰਨੇ ਫਰੈਕਸ਼ਨਸ ਦੀ ਜਿਹੜੀ ਗੱਲ ਕੀਤੀ ਗਈ ਹੈ, ਆਪਣੀ ਅਸੈਂਬਲੀ, ਆਪਣੀ ਵਿਧਾਨ ਸਭਾ ਕਿੰਨੇ ਮੈਂਬਰਸ ਨੂੰ ਇਲੈਕਟ ਕਰ ਸਕਦੀ ਹੈ। ਆਪਾਂ ਇਹਦੇ ਬਾਰੇ ਡਿਟੇਲ ਵੀ ਦੇਖਦੇ ਹਾਂ ਇਸ ਤੋਂ ਬਾਅਦ ਕੁਐਸਚਨ ਦੇ। ਤਾਂ ਬਾਈ ਕੈਮਰਲ ਸਿਸਟਮ ਦੇ ਵਿੱਚ ਜਿਹੜੀ ਵਿਧਾਨ ਸਭਾ ਹੋਊਗੀ ਉਹ ਵਿਧਾਨ ਪਰਿਸ਼ਦ ਦੇ 1/3 ਮੈਂਬਰ, ਮਤਲਬ 1/3 ਮੈਂਬਰਸ ਨੂੰ ਕੀ ਕਰੂਗੀ, ਇਲੈਕਟ ਕਰ ਸਕਦੀ ਹੈ। ਠੀਕ ਹੈ, ਹੁਣ ਆਪਾਂ ਥੋੜ੍ਹੀ ਜਿਹੀ ਡਿਟੇਲ ਹੋਰ ਦੇਖਦੇ ਹਾਂ ਇਹਨਾਂ ਦੀ, ਨਾਲ ਤੁਸੀਂ ਇਹ ਵੀ ਚੀਜ਼ ਨੋਟ ਕਰ ਲਿਓ। ਹਾਂਜੀ, ਤਾਂ ਕਿਸੇ ਵੀ ਸਟੇਟ ਦੇ ਵਿੱਚ ਆਪਾਂ ਹੁਣੇ ਗੱਲ ਕੀਤੀ ਹੈ ਵਿਧਾਨ ਸਭਾ ਹੈਗੀ ਹੈ, ਸਟੇਟ ਲੈਜਿਸਲੇਟਿਵ ਅਸੈਂਬਲੀ ਹੈਗੀ ਹੈ ਤੇ ਸਟੇਟ ਲੈਜਿਸਲੇਟਿਵ ਕਾਊਂਸਿਲ ਵੀ ਹੈਗੀ ਹੈ। ਇਹਦੇ ਵਿੱਚੋਂ ਕੁਐਸਚਨ ਐਕਸਪੈਕਟ ਕੀਤਾ ਜਾ ਸਕਦਾ। ਵਾਈ? ਕਿਉਂਕਿ ਵੈਸਟ ਬੰਗਾਲ ਨੇ ਹੁਣੇ ਕੀ ਕਿਹਾ ਕਿ ਅਸੀਂ ਆਪਣੀ ਜਿਹੜੀ ਵਿਧਾਨ ਪਰਿਸ਼ਦ ਬਣਾਵਾਂਗੇ, ਮਤਲਬ ਹਜੇ ਉਹਨਾਂ ਨੇ ਪ੍ਰਪੋਜ਼ਲ ਰੱਖਿਆ। ਠੀਕ ਹੈ, ਤਾਂ ਕਰਕੇ ਨਿਊਜ਼ ਦੇ ਵਿੱਚ ਵੀ ਹੈ, ਇਹਦੇ ਵਿੱਚ ਕੁਐਸਚਨ ਵੀ ਫਰੇਮ ਹੋ ਸਕਦੇ ਆ। ਤਾਂ ਸਟੇਟ ਲੈਜਿਸਲੇਟਿਵ ਕਾਊਂਸਿਲ ਦੇ ਵਿੱਚ ਇਹਦੇ ਵਿੱਚ ਜਿੰਨੇ ਟੋਟਲ ਮੈਂਬਰ ਹੋਣਗੇ, ਟੋਟਲ ਦਾ ਜਿਹੜਾ ਦੇਖੋ, ਟੋਟਲ ਮੈਂਬਰਸ ਨੂੰ ਨਾ 2 ਕੈਟੇਗਰੀ ਦੇ ਵਿੱਚ ਆਪਾਂ ਡਿਵਾਈਡ ਕਰਕੇ ਰੱਖ ਲੈਂਦੇ ਹਾਂ। ਵਨ ਇਜ਼ ਇਲੈਕਟਿਡ ਮੈਂਬਰਸ ਐਂਡ ਸੈਕਿੰਡ ਵਨ ਇਜ਼ ਨੋਮੀਨੇਟਿਡ ਮੈਂਬਰਸ, ਮਤਲਬ ਜਿਹੜੇ ਸਿੱਧੇ ਨਾਮਜ਼ਦ ਕੀਤੇ ਜਾਂਦੇ ਆ। ਹੁਣ ਜਿਹੜੀਆਂ ਇਲੈਕਸ਼ਨਸ ਹੁੰਦੀਆਂ, ਪਹਿਲਾਂ ਤਾਂ ਪੁਆਇੰਟ ਆਉਂਦਾ ਹੈ ਕਿ ਇਹ ਡਾਇਰੈਕਟ ਇਲੈਕਸ਼ਨਸ ਹੁੰਦੀਆਂ ਜਾਂ ਇਨਡਾਇਰੈਕਟ ਇਲੈਕਸ਼ਨਸ ਹੁੰਦੀਆਂ। ਤਾਂ ਜਿਹੜੀ ਕਾਊਂਸਿਲ ਦੀਆਂ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਇਹ ਇਨਡਾਇਰੈਕਟ ਹੁੰਦੀਆਂ, ਡਾਇਰੈਕਟਲੀ ਇਲੈਕਸ਼ਨਸ ਨਹੀਂ ਹੁੰਦੀਆਂ। ਜਿਹੜਾ ਇਲੈਕਟਿਡ ਹੈ ਮਤਲਬ ਟੋਟਲ ਸਟਰੈਂਥ ਦਾ ਕਿੰਨਾ ਪਾਰਟ ਇਲੈਕਟਿਡ ਹੁੰਦਾ ਹੈ, ਟੋਟਲ ਸਟਰੈਂਥ ਦਾ 5/6 ਪਾਰਟ ਉਹ ਇਲੈਕਟਿਡ ਮੈਂਬਰਸ ਹੁੰਦੇ ਆ, ਮਤਲਬ ਚੋਣਾਂ ਦੁਆਰਾ ਚੁਣ ਕੇ ਆਉਂਦੇ ਆ। ਜਿਹੜੇ ਨੋਮੀਨੇਟਡ, ਹੁਣ ਬਾਕੀ ਕਿੰਨੇ ਰਹਿ ਗਏ, ਬਾਕੀ ਕਿਹੜਾ ਫਰੈਕਸ਼ਨ ਰਹਿ ਗਿਆ, 1/6 ਰਹਿ ਗਿਆ। 1/6 ਮੈਂਬਰ ਕਿਹੜੇ ਹੋਣਗੇ, ਜਿਨ੍ਹਾਂ ਨੂੰ ਨੋਮੀਨੇਟ ਕੀਤਾ ਜਾਂਦਾ। ਕਿੰਦੇ ਦੁਆਰਾ ਨੋਮੀਨੇਟ ਕੀਤਾ ਜਾਂਦਾ, ਕਿੰਦੇ ਕੋਲ ਪਾਵਰ ਹੁੰਦੀ ਹੈ, ਇੱਥੇ ਗਵਰਨਰ ਕੋਲ ਪਾਵਰ ਹੁੰਦੀ ਹੈ ਕਿ ਗਵਰਨਰ 1/6 ਮੈਂਬਰ ਨੂੰ ਨੋਮੀਨੇਟ ਕਰ ਸਕਦਾ। ਹੁਣ ਆ ਜਿਹੜਾ ਆਪਣੇ ਕੋਲ ਜਿੰਨੇ ਵੀ ਟੋਟਲ ਇਲੈਕਟਿਡ ਮੈਂਬਰਸ ਹੋਣਗੇ, ਇਹਨਾਂ ਦਾ 1/3 ਪਾਰਟ
मतलब इन्हां दा जिहड़ा 1/3 पार्ट होगा इलैक्टिड मैंबरस का, ਉਹ विधान सभा द्वारा स्टेट लैजिसलेटिव असैंबली के द्वारा की किया जाऊगा, इलैक्ट किया जाऊगा इनडायरैक्टली। ठीक, तो कुछ को होर पॉइंट भी आप डिस्कस कर लें। देखो आ वाला क्वेश्चन बहुत बारी आ चुका है कि गवर्नर कोल जिहड़ी पावर होंदी है नोमीनेशन करन दी स्टेट लैजिसलेटिव काउंसिल दे विच वो किन्ने मैंबर दी होंदी है। आपां मतलब अपने कोल पेपर दे विच क्वेश्चन पूछा जाता है तो वो किन्ने है 1/6 मैंबर। ठीक है, तो 1/3 किंदे कोल है इलैक्शनस दे विच असैंबली दे कोल है, एंड 1/6 नोमीनेशन किंदे कोल है गवर्नर कोल पावर हैगी है। ठीक है, तो इत्थे आपां अगली चीज़ां याद रखते हैं, बाकी जिमें जिमें क्वेश्चन आएंगे आपां होर भी इन्हां दी डिटेल पढ़ांगे। नैक्सट, हाँ जी, 4th क्वेश्चन, विच इज़ एन एक्सट्रा कॉन्स्टिट्यूशनल बॉडी। इन्हां चों एक्सट्रा कॉन्स्टिट्यूशनल बॉडी किहड़ी है। एक्सट्रा कॉन्स्टिट्यूशनल बॉडी का मतलब की है। हाँ जी, एक्सट्रा कॉन्स्टिट्यूशन बॉडी का मतलब की है, सब तो पहला आपां नूं क्वेश्चन पता होना चाहिए, उस तो बाद आपां की है इहदा आंसर भी करांगे। तुसी दसो एक्सट्रा कॉन्स्टिट्यूशनल बॉडी की हुंदी है। व्हाट डू यू मीन बाय एक्सट्रा कॉन्स्टिट्यूशनल बॉडी। नाम तो ही जस्टिफाइड है, तुसी ध्यान नाल देखो। एक्सट्रा मतलब बाहर, कॉन्स्टिट्यूशनल मतलब संविधानिक। तो इन्हां विचों किहड़ी जिहड़ी बॉडी है वो संविधान तो बाहर है, मतलब संविधान दे विच नहीं हैगा उन्हां दा जिक्र, मतलब संविधान दे विच कित्थे भी नहीं लिखिया होया कि वो बॉडी बनाई जाऊगी। तो हुण इहदा आंसर करो तुसी। हाँ जी, तुहाडे कोल 10 सेकंड हो रहे हैं, जल्दी आंसर करो इस चीज़। हाँ जी, टाइम्स अप। तो एक्सट्रा कॉन्स्टिट्यूशनल बॉडी केड़ी अपनी, आंसर की है, आंसर प्लैनिंग कमीशन। प्लैनिंग कमीशन एक्सट्रा कॉन्स्टिट्यूशनल बॉडी है, मतलब इहदा जिक्र किते भी नहीं हैगा। हुण इहदा मतलब की होया, जिहड़ियां अपने कोल 3 जिहड़ियां बॉडीज़ बचियां, लैंग्वेज कमीशन, इलैक्शन कमीशन एंड फाइनांस कमीशन, ये किहड़ियां बॉडीज़ होणगियां, ये कॉन्स्टिट्यूशन दे विच किते ना किते मैंशनड हैगियां। जे मैंशनड हैगियां इहदा मतलब इन्हां दा कोई ना कोई आर्टिकल नंबर भी होएगा, डेफिनेटली इन्हां दा कोई आर्टिकल नंबर भी होएगा। लैंग्वेज कमीशन का भी आर्टिकल नंबर हैगा, प्लैनिंग कमीशन का आर्टिकल कोई नहीं होएगा क्योंकि एक्सट्रा कॉन्स्टिट्यूशनल बॉडी है। इलैक्शन कमीशन का हैगा, फाइनांस कमीशन का हैगा। तुसीं इन्हां दे आर्टिकल नंबर मैनूं दसने हुण। सब तो पहला लैंग्वेज कमीशन की गल की जाए, लैंग्वेज कमीशन जिहड़ा है प्रेजिडेंट वालों बिठाया जाता है, बनाया जाता है। प्रेजिडेंट कोल पावर है लैंग्वेज कमीशन नूं बनाउण दी। अंडर द आर्टिकल नंबर, किहड़े आर्टिकल नंबर दे विच पावर हैगी है, मतलब लैंग्वेज कमीशन की गल की गई है 344 नंबर आर्टिकल दे विच यह मैंशन किया गया कि अपने देश दे विच ऑफिशियल लैंग्वेज कमीशन बिठाया गया सी। आपां ऑफिशियल लैंग्वेज दा शेड्यूल लास्ट लैक्चर दे विच डिस्कस किया सी, है ना। तो हुण आपां लैंग्वेज कमीशन बारे गल कर रहे हैं। यह ऑफिशियल लैंग्वेज कमीशन है जिहड़ा प्रेजिडेंट वालों बनाया जाता है अंडर द आर्टिकल नंबर 344 मैंशनड है ऑलरेडी। नैक्सट, इलैक्शन कमीशन की गल की जाए तो इलैक्शन कमीशन का आर्टिकल नंबर ईजी है, बहुत बारी आया भी होया। इलैक्शन नंबर का आर्टिकल नंबर कितना है 324, 324 नंबर आर्टिकल। ठीक है। नैक्सट, फाइनांस कमीशन की गल की जाए तो फाइनांस कमीशन का आर्टिकल नंबर कितना है 280, 280 नंबर आर्टिकल। ये डायरैक्टली क्वेश्चन आर्टिकल बेस पर आ जाते होंगे। ठीक है जी, तो ध्यान रखना इन्हों का। हाँ जी, नैक्सट 5th क्वेश्चन, इन विच स्टेट ऑफ इंडिया इज़ देयर अ यूनीफॉर्म सिविल कोड। तुसी पॉलिटी नूं अगर ध्यान नाल पढ़िया होया है तो पॉलिटी दे विच एक चीज़ मैंशनड है ऑलरेडी अपने आर्टिकल नंबर 44 दे विच 44 नंबर आर्टिकल की कहता है कि देश दे विच यूनीफॉर्म सिविल कोड होना चाहिए। यूनीफॉर्म सिविल कोड होना चाहिए, मतलब जिहड़े रूल्स एंड रेगूलेशनस है ये सारिਆਂ ਦੇ ਲਈ बराबर होण, इक्को जे होण। इनका मतलब मैं लास्ट लैक्चर दे विच भी समझाया सी यूनीफॉर्म सिविल कोड दे। तो ये आर्टिकल नंबर 44 नंबर आर्टिकल किहड़े पार्ट दे विच आएगा, हुणे आपां गल कीती सी उस पार्ट दी, पार्ट नंबर 4th दे विच ये मैंशनड है। पार्ट नंबर 4th मतलब डायरैक्टिव प्रिंसीपल्स ऑफ स्टेट पॉलिसी दे विच ये चीज़ मैंशनड है।
ਤਾਂ ਹੁਣ ਇਹ ਕੁਐਸਚਨ ਪੁੱਛਿਆ ਗਿਆ ਇੱਥੇ ਕਿ ਕਿਹੜੀ ਸਟੇਟ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਹੈਗਾ। ਇੰਡੀਆ ਦੀ ਇਹੋ ਜਿਹੀ ਕਿਹੜੀ ਸਟੇਟ ਹੈ ਜਿੱਥੇ ਯੂਨੀਫਾਰਮ ਸਿਵਲ ਕੋਡ ਆਲਰੇਡੀ ਫੋਰਸ ਦੇ ਵਿੱਚ ਹੈਗਾ, ਇੰਪਲੀਮੈਂਟ ਕੀਤਾ ਗਿਆ ਹੈ ਆਲਰੇਡੀ, ਪਹਿਲਾਂ ਤੋਂ ਇਹ ਆਲਰੇਡੀ ਹੈਗਾ। ਤਾਂ ਤੁਸੀਂ ਦੱਸੋ ਮੈਨੂੰ ਕਿਹੜੀ ਸਟੇਟ ਦੇ ਵਿੱਚ ਹੈ। ਕੀ ਇਹ ਮੇਘਾਲਿਆ ਦੇ ਵਿੱਚ ਹੈ? ਐਕਚੁਅਲੀ ਇੱਥੇ ਕੇਰਲਾ ਆਉਣਾ ਸੀ, ਇਹ ਲਿਖ ਲਿਓ ਨਾਲ। ਮੇਘਾਲਿਆ ਦੇ ਵਿੱਚ ਹੈ, ਕੇਰਲਾ ਦੇ ਵਿੱਚ ਹੈ, ਹਰਿਆਣਾ ਦੇ ਵਿੱਚ ਹੈ ਜਾਂ ਗੋਆ ਦੇ ਵਿੱਚ ਹੈ। ਤਾਂ ਹਾਂਜੀ ਆਨਸਰ ਕਰੋ ਇਸ ਚੀਜ਼ ਦਾ ਜਲਦੀ। ਕਿਹੜੀ ਸਟੇਟ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਹੈ? ਤਾਂ ਇਹ ਗੋਆ ਦੇ ਵਿੱਚ ਆਲਰੇਡੀ ਸਿਵਲ ਕੋਡ ਲੱਗਿਆ ਹੋਇਆ ਹੈ, ਯੂਨੀਫਾਰਮ ਸਿਵਲ ਕੋਡ ਆਲਰੇਡੀ ਇੰਪਲੀਮੈਂਟਡ ਹੈ। ਠੀਕ। ਨੈਕਸਟ, ਇਨ ਅ ਫੂਡ ਚੇਨ ਦ ਸੋਲਰ ਐਨਰਜੀ ਯੂਟੀਲਾਈਜ਼ਡ ਬਾਈ ਪਲਾਂਟਸ ਇਜ਼ ਓਨਲੀ, ਮਤਲਬ ਜਿਹੜੀ ਸੋਲਰ ਐਨਰਜੀ ਜਿਹੜੀ ਪਲਾਂਟਸ ਯੂਟੀਲਾਈਜ਼ ਕਰਦੇ ਹੈ ਉਹ ਕਿੰਨੇ % ਹੁੰਦੀ ਹੈ। ਐਕਚੁਅਲੀ ਇਹ ਸਾਇੰਸ ਦਾ ਕੁਐਸਚਨ ਹੈ, ਸਾਇੰਸ ਦੇ ਵਿੱਚ ਬਾਇਓ ਦਾ ਕੁਐਸਚਨ ਹੈ। ਅਗਰ ਆਪਾਂ ਬਾਇਓ ਦੀ ਗੱਲ ਕਰੀਏ ਤਾਂ ਬਾਇਓ ਦੇ ਕਿਹੜੇ ਪਾਰਟ ਦੇ ਵਿੱਚ ਆਉਂਦਾ ਇਹ? ਐਨਰਜੀ ਵਾਲੇ ਪਾਰਟ ਦੇ ਵਿੱਚ ਆਉਂਦਾ ਹੈ, ਐਨਰਜੀ ਵਾਲੇ ਚੈਪਟਰ ਦੇ ਵਿੱਚ ਆਊਗਾ। ਠੀਕ ਹੈ। ਤਾਂ ਹੁਣ ਇਹਦੇ ਵਿੱਚ ਗੱਲ ਕੀਤੀ ਗਈ ਹੈ ਬੇਸਿਕਲੀ ਕਿ ਜਿਹੜੇ ਪਲਾਂਟਸ ਸੂਰਜ ਦੀ ਜਿਹੜੀ ਐਨਰਜੀ ਹੈ, ਊਰਜਾ, ਉਹ ਕਿੰਨੇ % ਯੂਜ਼ ਕਰਦੇ ਆ। ਐਕਚੁਅਲੀ ਇਹ ਜਿਹੜਾ ਕੁਐਸਚਨ ਹੈ ਇਹ ਮੈਂ ਤੁਹਾਨੂੰ ਹਿੰਟ ਦੇ ਦਿੰਦਾ। ਇਹ ਤੁਸੀਂ ਇੱਕ ਲਾਅ ਪੜ੍ਹਿਆ ਹੋਣਾ 10% ਲਾਅ, 10% ਲਾਅ ਕਾਫੀ ਇੰਪੋਰਟੈਂਟ ਹੈ ਇਹ ਬਾਇਓਲੋਜੀ ਦੇ ਵਿੱਚ। ਐਨਵਾਇਰਨਮੈਂਟ ਪਰਸਪੈਕਟਿਵ ਦੇ ਵੀ ਆਪਾਂ ਦੇਖਦੇ ਹੁੰਦੇ ਹਾਂ 10% ਲਾਅ, ਹੁਣੇ ਆਪਾਂ ਡਿਸਕਸ ਵੀ ਕਰਾਂਗੇ। ਤਾਂ ਇੱਥੇ ਕੁਐਸਚਨ ਇਹ ਪੁੱਛਿਆ ਗਿਆ ਕਿ ਜਿਹੜੀ ਸੋਲਰ ਐਨਰਜੀ ਹੈ ਜਿਹੜੀ ਪਲਾਂਟਸ ਯੂਜ਼ ਕਰਦੇ ਆ ਉਹ ਕਿੰਨੇ % ਹੈ, ਮਤਲਬ ਪਲਾਂਟਸ ਕਿੰਨੇ % ਜਿਹੜੀ ਸੋਲਰ ਐਨਰਜੀ ਯੂਜ਼ ਕਰਦੇ ਹੈ। ਤਾਂ ਇਹਦਾ ਆਨਸਰ ਕੀ ਆਏਗਾ? ਤੁਹਾਨੂੰ ਇੱਥੋਂ ਵੈਸੇ ਕਾਫੀ ਹਿੰਟ ਵੀ ਮਿਲ ਗਿਆ ਹੋਣਾ। ਤਾਂ ਪਲਾਂਟਸ ਕਿੰਨੇ ਯੂਜ਼ ਕਰਦੇ ਆ ਸੋਲਰ ਐਨਰਜੀ ਦਾ? ਓਨਲੀ 0.1%। ਹੁਣ ਇਹਦਾ ਮਤਲਬ ਕੀ? ਆਪਾਂ ਇਹਦਾ ਮਤਲਬ ਸਮਝਦੇ ਹਾਂ, ਨਾਲ ਨਾਲ ਤੁਸੀਂ ਨੋਟ ਵੀ ਕਰਨਾ ਜੀ। ਠੀਕ ਹੈ। ਕੀ ਹੁੰਦਾ ਕਿ ਸੂਰਜ ਦੇ ਵੱਲੋਂ ਜਿਹੜੀ ਐਨਰਜੀ ਆ ਰਹੀ ਹੈ, ਮਤਲਬ ਜੋ ਹੀਟ ਲਾਈਟ ਐਨਰਜੀ ਯੂਜ਼ ਕਰਕੇ ਪਲਾਂਟਸ ਕੀ ਕਰ ਰਹੇ ਹੈ, ਉਹਨਾਂ ਨੂੰ ਆਪਦਾ ਫੂਡ ਬਣਾ ਰਹੇ ਹੈ। ਪਲਾਂਟਸ ਆਪਦਾ ਫੂਡ ਬਣਾ ਰਹੇ ਹੈ। ਕਿੰਦੀ ਪਲਾਂਟਸ ਆਪਦਾ ਫੂਡ ਬਣਾ ਰਹੇ ਹੈ ਕਿ ਮੰਨ ਲਓ ਆਪਣੇ ਕੋਲ ਆ ਸਨ ਹੈ, ਇਹਦੀ ਜਿਹੜੀ ਐਨਰਜੀ ਆ ਰਹੀ ਹੈ, ਨੀਚੇ ਆਪਾਂ ਪਲਾਂਟ ਮੰਨ ਲਓ ਪਲਾਂਟ ਹੈ ਕੋਈ ਵੀ, ਠੀਕ ਹੈ ਜੀ। ਤਾਂ ਪਲਾਂਟ ਹੈ, ਮੰਨ ਲਓ ਇਹ ਜਿਹੜੀ ਐਨਰਜੀ ਆ ਰਹੀ ਹੈ ਇਹ ਸੂਰਜ ਤੋਂ ਕਿੰਨੇ % ਆਊਗੀ? ਟੋਟਲ 100% ਹੀ ਆਊਗੀ, ਓਬਵੀਅਸ ਦੀ ਗੱਲ ਹੈ। ਹੁਣ 100% ਦੇ ਵਿੱਚੋਂ ਕਿੰਨੀ ਇਹਨੇ ਯੂਜ਼ ਕਰ ਲਈ? 0.1% ਯੂਜ਼ ਕਰ ਲਈ। ਪਲਾਂਟਸ ਨੂੰ ਅਗਲਾ ਕੋਈ ਵੀ ਐਨੀਮਲ ਖਾਊਗਾ, ਠੀਕ ਹੈ। ਤਾਂ ਪਲਾਂਟਸ ਇੱਥੇ ਕੀ ਹੋ ਗਏ? ਪ੍ਰੋਡਿਊਸਰ ਹੋ ਗਏ, ਮਤਲਬ ਫੂਡ ਨੂੰ ਇਹ ਪ੍ਰੋਡਿਊਸ ਕਰ ਰਹੇ ਹੈ। ਤਾਂ ਅਗਲਾ ਕੋਈ ਵੀ ਐਨੀਮਲ ਇਹਨੂੰ ਖਾਊਗਾ, ਮੰਨ ਲਓ ਕੋਈ ਵੀ ਐਨੀਮਲ ਸਪੋਜ਼ ਕਰ ਲਓ, ਇੱਥੇ ਮੰਨ ਲਓ ਗੋਟ ਹੈ, ਉਹ ਪਲਾਂਟ ਨੂੰ ਖਾ ਰਹੀ ਹੈ। ਤਾਂ ਹੁਣ ਉਹਨੇ ਪਲਾਂਟ ਦੀ ਕਿੰਨੀ ਐਨਰਜੀ ਯੂਜ਼ ਕੀਤੀ? ਨੈਕਸਟ, ਤਾਂ ਇੱਕ ਲੈਵਲ ਤੋਂ ਦੂਸਰੇ ਲੈਵਲ 'ਤੇ ਅਗਰ ਆਪਾਂ ਗੱਲ ਕਰੀਏ ਤਾਂ ਉਹ ਗੋਟ ਇਹਦੀ 10% ਐਨਰਜੀ ਯੂਜ਼ ਕਰੂਗੀ। ਗੋਟ ਨੂੰ ਕੌਣ ਖਾਏਗਾ? ਕੋਈ ਵੀ ਐਨੀਮਲ। ਫੋਰ ਐਗਜ਼ਾਮਪਲ ਲੋਇਨ ਦੀ ਗੱਲ ਕਰ ਲਓ, ਅਗਰ ਗੋਟ ਨੂੰ ਲੋਇਨ ਨੇ ਖਾ ਲਿਆ ਤਾਂ ਗੋਟ ਦੇ ਕੋਲ ਜਿੰਨੀ ਐਨਰਜੀ ਹੋਊਗੀ ਇਸ ਲੈਵਲ ਤੱਕ, ਉਹਦਾ 10% ਐਨਰਜੀ ਦਾ ਜਿਹੜਾ ਟਰਾਂਸਫਰ ਉਹ ਕਿਹਦੇ ਕੋਲ ਹੋ ਜਾਊਗਾ? ਲੋਇਨ ਕੋਲ ਹੋ ਜਾਊਗਾ। ਠੀਕ ਹੈ। ਤਾਂ ਇਸ ਤਰ੍ਹਾਂ ਆਪਣੇ এনवायरमेंट ਦੇ ਵਿੱਚ ਕੀ ਹੈ, ਐਨਰਜੀ ਟਰਾਂਸਫਰ ਹੁੰਦੀ ਰਹਿੰਦੀ ਹੈ। ਔਰ ਇੱਕ ਲੈਵਲ ਤੋਂ ਦੂਸਰੇ ਲੈਵਲ ਤੱਕ ਇਹਨਾਂ ਨੂੰ ਆਪਾਂ ਬੋਲਦੇ ਹਾਂ ਟ੍ਰੋਫਿਕ ਲੈਵਲਸ। ਥੀਜ਼ ਆਰ ਟ੍ਰੋਫਿਕ ਲੈਵਲਸ। ਟ੍ਰੋਫਿਕ ਲੈਵਲ 1, ਟ੍ਰੋਫਿਕ ਲੈਵਲ 2, ਟ੍ਰੋਫਿਕ ਲੈਵਲ 3। ਤਾਂ ਇਹ ਆਪਣੇ ਕੀ ਹੈ? ਟ੍ਰੋਫਿਕ ਲੈਵਲਸ ਹੈ। ਇੱਕ ਟ੍ਰੋਫਿਕ ਲੈਵਲ ਤੋਂ ਦੂਸਰੇ ਟ੍ਰੋਫਿਕ ਲੈਵਲ ਦੇ ਵਿੱਚ ਜਿਹੜੀ ਐਨਰਜੀ ਟਰਾਂਸਫਰ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ? ਓਨਲੀ 10%। ਬਟ ਜਿਹੜੇ ਪਲਾਂਟ ਯੂਜ਼ ਕਰਦੇ ਆ ਉਹ 0.1% ਹੈ। ਠੀਕ। ਤਾਂ ਇਹ 6th ਕੁਐਸਚਨ ਦਾ ਆਨਸਰ ਆਪਣੇ ਕੋਲ ਕੀ ਹੋਇਆ? 0.1%। ਅੱਗੇ ਚਲੀਏ। ਹਾਂਜੀ ਨੈਕਸਟ 7 ਕਾफ़ी ਈਜ਼ੀ ਕੁਐਸਚਨ ਹੈ ਇਹ। ਬਲੱਡ ਪ੍ਰੈਸ਼ਰ ਇਜ਼ ਮੈਜ਼ਰਡ ਬਾਈ। ਬਹੁਤ ਈਜ਼ੀ ਕੁਐਸਚਨ ਹੈ, ਬਹੁਤ ਈਜ਼ੀ। ਇਹ ਕੁਐਸਚਨ ਕਾफ़ी ਵਾਰੀ ਰਿਪੀਟ ਹੋ ਚੁੱਕਿਆ, ਜਿਨ੍ਹਾਂ ਸਟੂਡੈਂਟਸ ਨੂੰ ਪਤਾ ਹੋਏਗਾ ਇਹ ਵੈਸੇ ਵੀ ਕਿ ਬਲੱਡ ਪ੍ਰੈਸ਼ਰ ਜਿਹੜਾ ਉਹ ਕਾਹਦੇ ਕਿਹੜੇ ਇੰਸਟਰੂਮੈਂਟ ਦੇ ਨਾਲ ਆਪਾਂ ਮੈਜ਼ਰ ਕਰਦੇ ਹਾਂ। ਤਾਂ ਬਲੱਡ ਪ੍ਰੈਸ਼ਰ ਜਿਹੜਾ ਮੈਜ਼ਰ ਕੀਤਾ ਜਾਂਦਾ ਹੈ
इंस्ट्रूमेंट का नाम की है? हाँ जी जल्दी आंसर करो इस चीज़ का कि ये बैरोमीटर है। बैरोमीटर नाल तां आपां की करते हैं, बैरोमीटर दे नाल एटमोसफेरिक प्रैशर नूं मैज़र किया जाता है। तुसी देखो अपने जिहड़े पुराने जिहड़े लैक्चर्स हैगे आ, जिहड़ियां पुरानियां जीके दीयां सीरीज़ आपां कर रहे हैं, तो उहदे विच कोई ना कोई पॉइंट नैक्सट सीरीज़ दे विच रिपीट हो जाता है। मान लो तुहानूं इहदा क्वेश्चन सपोज इहदा क्वेश्चन ना भी पता हुंदा, तुहानूं एक चीज़ तो पता सी कि बैरोमीटर कित्थे यूज़ किया जाता है, एटमोसफेरिक प्रैशर दे विच यूज़ किया जाता है। इहदा मतलब पेपर दे विच तुसीं ये आंसर तो नहीं लगाओगे कदे भी, है ना। तो इत्थों अपने की है क्वेश्चन नूं ठीक करन दे चांसिस बन जाते हैं। तो यही जिहड़ा मैथड है ये आने वाली सीरीज़ दे विच भी तुहानूं हैल्पफुल रहेगा। यही चीज़ां तुहानूं एक्सप्लेनेशन ही पेपर दे विच भी हैल्पफुल रहेगी। तुसीं कोई भी पेपर देना पंजाब गौरमेंट का, सारियां सीरीज़ जिहड़ियां जीके वालियां तुहानूं काफ़ी हैल्पफुल रहणगियां। नैक्सट हाँ जी, इस तो बिना तुहानूं थर्मोमीटर भी पता है। थर्मोमीटर काहदे लई यूज़ किया जाता है? टैंपरेचर चैक करन दे लई हुंदा है, टैंपरेचर नूं नोट करन दे लई हुंदा है। इहदा मतलब इहदा आंसर ये भी नहीं आएगा। हुण टैंपरेचर नोट करन लई थर्मोमीटर यूज़ करते हैं, आपां ब्लड प्रैशर थोड़ी यूज़ करांगे। हुण मान लो तुहानूं नहीं पता इत्थे हाइड्रोमीटर ते स्फिग्नोमैनोमीटर दे विच की आंसर आएगा। हाइड्रो का मतलब की हुंदा, अगर आपां साइंस की लैंगुएज च समझांगे तो हाइड्रो का मतलब हुंदा है पानी, वाटर। इहदा मतलब इत्थे पानी वाले किसी चीज़ की गल हो रही है, तो यह आंसर इहदा नहीं हो सकता। अपने को आंसर की आ जाता ऑप्शन नंबर बी। ठीक है, तो हुण हाइड्रोमीटर काहदे लई यूज़ किया जाता है? हाइड्रोमीटर यूज़ किया जाता है बेसिकली रिलेटिव डेंसिटी नूं, संघनता नूं, आपां पंजाबी दे विच गल करिए रिलेटिव डेंसिटी नूं चैक करन दे लई, मैज़र करन दे लई यह किया जाता है हाइड्रोमीटर। ठीक है, हाँ जी, ये 7th क्वेश्चन का आंसर सी अपने को स्फिग्नोमैनोमीटर। नैक्सट चलीए आप। हाँ जी, नैक्सट बायोलॉजी के विचों क्वेश्चन है फुल फॉर्म ऑफ DNA। काफ़ी ईजी क्वेश्चन है, स्पैशली जेडे स्टूडेंट्स को बायो हैगी सी तो उन्होंने तो बहुत ईजी क्वेश्चन है। वैसे भी जिन्होंने जी बायोलॉजी ध्यान नाल पढ़ी हुई है उन्होंने लिए भी यह क्वेश्चन ईजी होगा। थोड़ा जिहा ध्यान नाल आंसर करियो बस। तो 68 नंबर क्वेश्चन DNA की फुल फॉर्म पूछी हुई है। देखो तुसी फुल फॉर्म्स याद रखनी है, एक तो DNA की प्लस RNA दोनों ही। ठीक है जी, तो DNA जिहड़ा हैगा इहदा जिहड़ा स्ट्रक्चर हुंदा है ओह ये भी याद रखना है। किहड़ा स्ट्रक्चर हुंदा इहदा? डबल हैलीकल स्ट्रक्चर, डबल हैलीकल स्ट्रक्चर। डबल हैलीकल स्ट्रक्चर तुहानूं पता होएगा भी किस चीज़ की गल कर रहा मैं। तो DNA की फुल फॉर्म, हाँ जी, इहदा आंसर की लगाया तुसीं? जिन्ना भी स्टूडेंट्स ने ऑप्शन नंबर डी आंसर किया, डीऑक्सी राइबो न्यूक्लिक एसिड, उन्होंने आंसर ठीक है। तो DNA की फुल फॉर्म की है? डीऑक्सी राइबो न्यूक्लिक एसिड। अगर आप RNA की गल करिए तो इहदे विचों डीऑक्सी हटा दो, बाकी RNA की फुल फॉर्म रहेगी राइबो न्यूक्लिक एसिड। ठीक है जी, नैक्सट 9th क्वेश्चन द ओनली वाइसराय टू बी असैसीनेटिड इन इंडिया वॉज। हाँ जी, हिस्टरी के विचों क्वेश्चन आया हुआ अपने को। किहड़ा वाइसराय है जिन्हों असैसीनेट किया गया सी इंडिया दे विच? किहड़े वाइसराय नूं असैसीनेट किया गया सी इंडिया दे विच? जल्दी आंसर करो, किहड़े वाइसराय नूं असैसीनेट, असैसीनेट का मतलब हुंदा इनू मारिया गया सी, तो इहदा मर्डर किया गया सी इंडिया दे विच। तो किहड़े वाइसराय सी? आंसर की है? ऑप्शन नंबर डी लॉर्ड मायो। लॉर्ड मायो नूं इंडिया दे विच असैसीनेट किया गया सी। ये भी पॉइंट याद रख लो कि कित्थे किया गया सी इन्हां नूं, मतलब कित्थे मारिया गया सी? अंडेमान निकोबार दे विच। ठीक है, अंडेमान निकोबार दे विच इन्हां नूं मार दिता गया सी एक इंडियन द्वारा ही। नैक्सट 10th क्वेश्चन हू वाज द टाउन प्लैनर ऑफ चंडीगढ़। जल्दी आंसर करो, ये क्वेश्चन तुहानूं आंदा होएगा मोस्टली स्टूडेंट्स नूं। हू वाज द टाउन प्लैनर ऑफ चंडीगढ़। चंडीगढ़ सिटी जिहड़ी हैगी है इन्हां दा जिहड़ा टाउन प्लैनिंग की गई सी किहड़े परसन द्वारा की गई सी? हाँ जी,
ਤਾਂ ਆਨਸਰ ਕੀ ਆਂਦਾ ਕੋਰਬਸੀਅਰ। ਹੁਣ ਕੋਰਬਸੀਅਰ 2 ਆਪਣੇ ਕੋਲ ਆਪਸ਼ਨਸ ਦੇ ਵਿੱਚ ਹੈ, ਤਾਂ ਆਪਸ਼ਨ ਨੰਬਰ ਸੀ ਜਿਹੜਾ ਇਹਦਾ ਕਰੈਕਟ ਆਨਸਰ ਹੈ। ਲੀ ਕੋਰਬਸੀਅਰ ਜਿਹੜਾ ਪਰਸਨ ਸੀ ਇਹ ਇੱਕ ਫ੍ਰੈਂਚ ਆਰਕੀਟੈਕਟ ਸੀ, ਫਰਾਂਸ ਤੋਂ ਸੀ। ਤਾਂ ਉਹਨਾਂ ਨੇ ਇਹ ਜਿਹੜਾ ਇਹ ਚੰਡੀਗੜ੍ਹ ਦੀ ਜਿਹੜੀ ਟਾਊਨ ਪਲੈਨਿੰਗ ਕੀਤੀ ਸੀ। ਇਸ ਤੋਂ ਬਿਨਾਂ ਐਡਵਰਡ ਲੁਟੀਅਨਸ ਤੁਸੀਂ ਮੈਨੂੰ ਦੱਸ ਸਕਦੇ ਹੋ ਕੌਣ ਸੀ? ਐਡਵਰਡ ਲੁਟੀਅਨਸ ਉਹ ਸੀ ਜਿਨ੍ਹਾਂ ਨੇ ਡਿਜ਼ਾਈਨ ਬਣਾਇਆ ਸੀ ਆਪਣੀ ਪਾਰਲੀਮੈਂਟ ਦਾ ਨਕਸ਼ਾ ਬਣਾਇਆ ਸੀ ਇਹਨਾਂ ਨੇ, ਠੀਕ ਹੈ ਜੀ। ਤਾਂ ਇਹਨਾਂ ਨੇ ਪਲੈਨਿੰਗ ਕੀਤੀ ਸੀ ਆਪਣੀ ਪਾਰਲੀਮੈਂਟ ਦੀ। ਹੁਣ ਵੀ ਆਪਣੀ ਪਾਰਲੀਮੈਂਟ ਦਾ ਜਿਹੜਾ ਨਵਾਂ ਤਿਆਰ ਹੋ ਰਿਹਾ, ਬਿਲਡਿੰਗ ਨਵੀਂ ਤਿਆਰ ਹੋ ਰਹੀ ਹੈ, ਠੀਕ ਹੈ। ਨੈਕਸਟ 71 ਨੰਬਰ ਕੁਐਸਚਨ, 11th ਨੰਬਰ ਕੁਐਸਚਨ ਅੱਜ ਦਾ। The Indian Parliament is competent to enact law on a state subject if ਆਪਣੇ ਇੰਡੀਆ ਦੀ ਪਾਰਲੀਮੈਂਟ ਕੋਲ ਕੀ ਹੈ, ਪਾਵਰ ਹੈ, ਉਹ ਸਟੇਟ ਸਬਜੈਕਟ ਦੇ ਉੱਪਰ ਕਾਨੂੰਨ ਬਣਾ ਸਕਦੀ ਹੈ। ਆਪਾਂ 3 ਲਿਸਟ ਪੜ੍ਹੀਆਂ ਹੋਈਆਂ। ਸ਼ਡਿਊਲ ਕਿਹੜਾ ਸ਼ਡਿਊਲ ਹੈ ਮੈਨੂੰ ਦੱਸ ਸਕਦੇ ਹੋ? 3 ਜਿਹੜੀਆਂ ਲਿਸਟ ਹੈ, ਸ਼ਡਿਊਲ ਨੰਬਰ 7 ਦੇ ਵਿੱਚ ਆਪਾਂ 3 ਲਿਸਟ ਦੀ ਗੱਲ ਕੀਤੀ ਹੈ। ਕਿਹੜੀਆਂ 3 ਲਿਸਟ ਹੈ? ਯੂਨੀਅਨ ਲਿਸਟ ਇਹਦੇ ਵਿੱਚ ਉਹ ਵਾਲੇ ਸਬਜੈਕਟ ਹੈ ਜਿੰਦੇ ਉੱਪਰ ਆਪਣੀ ਸੈਂਟਰ ਗੌਰਮੈਂਟ ਕਾਨੂੰਨ ਬਣਾ ਸਕਦੀ ਹੈ। ਦੂਸਰੀ ਕਿਹੜੀ ਲਿਸਟ ਹੈ? ਸਟੇਟ ਲਿਸਟ ਹੈ ਜਿੰਦੇ ਉੱਪਰ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ। ਤੀਜੀ ਕਿਹੜੀ ਲਿਸਟ ਹੈ? ਕੌਨਕਰੈਂਟ ਲਿਸਟ। ਤੁਸੀਂ ਮੈਨੂੰ ਇੱਥੇ ਹੀ ਇੱਕ ਚੀਜ਼ ਦੱਸ ਸਕਦੇ ਹੋ ਕਿ ਕੌਨਕਰੈਂਟ ਲਿਸਟ ਦਾ ਜਿਹੜਾ ਕੰਸੈਪਟ ਹੈ ਉਹ ਕਿੱਥੋਂ ਲਿਆ, ਆਪਾਂ ਕਿਹੜੇ ਦੇਸ਼ ਤੋਂ ਲਿਆ? ਸੋਰਸਿਸ ਆਫ ਕਨਸਟੀਟਿਊਸ਼ਨ ਦੇ ਵਿੱਚ ਆਪਾਂ ਪੜ੍ਹਿਆ ਹੋਇਆ। ਚਲੋ ਫਿਲਹਾਲ ਆਪਾਂ ਇੱਥੇ ਗੱਲ ਕਰਦੇ ਹਾਂ। ਦੇਖੋ ਇਹਦਾ ਆਨਸਰ ਵੀ ਮੈਂ ਤੁਹਾਨੂੰ ਬਾਅਦ 'ਚ ਕਰੂੰਗਾ ਕੌਨਕਰੈਂਟ ਲਿਸਟ ਵਾਲਾ। ਹੁਣ ਇੱਥੇ ਗੱਲ ਕੀ ਆਉਂਦੀ ਆਪਣੇ ਕੋਲ? ਯੂਨੀਅਨ ਲਿਸਟ, ਸਟੇਟ ਲਿਸਟ। ਮਤਲਬ ਯੂਨੀਅਨ ਲਿਸਟ ਦੇ ਵਿੱਚ ਉਹ ਵਾਲੇ ਸਬਜੈਕਟ ਹੈ ਜਿੰਦੇ ਉੱਪਰ ਆਪਣੀ ਸੈਂਟਰ ਗੌਰਮੈਂਟ ਕਾਨੂੰਨ ਬਣਾ ਸਕਦੀ ਹੈ। ਸਟੇਟ ਲਿਸਟ ਦੇ ਵਿੱਚ ਸਟੇਟ ਗੌਰਮੈਂਟ ਕਾਨੂੰਨ ਬਣਾ ਸਕਦੀ ਹੈ। ਬਟ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਹੁੰਦੀ ਹੈ ਜਿੰਦੇ ਵਿੱਚ ਸਟੇਟ ਗੌਰਮੈਂਟ, ਸਟੇਟ ਨੂੰ ਲੈ ਕੇ ਕੋਈ ਵੀ ਕਾਨੂੰਨ ਬਣਾਇਆ ਜਾ ਸਕਦਾ ਉਹ ਸੈਂਟਰ ਗੌਰਮੈਂਟ ਦੇ ਦੁਆਰਾ, ਆਪਣੇ ਦੇਸ਼ ਦੀ ਪਾਰਲੀਮੈਂਟ ਦੁਆਰਾ। ਤਾਂ ਕਦੋਂ ਇਹੋ ਜਿਹੀ ਕਿਹੜੀ ਸਿਚੁਏਸ਼ਨ ਹੁੰਦੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਹੁੰਦੀ ਹੈ 352 ਨੰਬਰ ਆਰਟੀਕਲ, ਜਾਂ ਜਿਹੜੀਆਂ ਸਾਰੀਆਂ ਸਟੇਟਸ, 올 ਦਾ ਸਟੇਟ ਅਸੈਂਬਲੀਜ਼ ਆਫ ਕੰਟਰੀ ਮੇਕ ਸੱਚ ਰਿਕੁਐਸਟ, ਮਤਲਬ ਜਦੋਂ ਆਪਣੇ ਦੇਸ਼ ਦੀਆਂ ਸਾਰੀਆਂ ਅਸੈਂਬਲੀਜ਼ ਰਿਕੁਐਸਟ ਕਰਨਗੀਆਂ ਵੀ ਤੁਸੀਂ ਬਣਾਓ ਸਾਡੇ ਲਈ। ਜਾਂ ਤੀਜੀ ਪ੍ਰੈਜ਼ੀਡੈਂਟ ਸੈਂਡਸ ਸੱਚ ਮੈਸੇਜ ਟੂ ਦਾ ਪਾਰਲੀਮੈਂਟ, ਮਤਲਬ ਜਦੋਂ ਪ੍ਰੈਜ਼ੀਡੈਂਟ ਕਹਿ ਦੇਵੇ ਵੀ ਮੈਸੇਜ ਭੇਜ ਦੇਵੇ ਪਾਰਲੀਮੈਂਟ ਨੂੰ ਵੀ ਤੁਸੀਂ ਕਾਨੂੰਨ ਬਣਾਓ ਇਸ ਸਟੇਟ ਦੇ ਲਈ, ਜਾਂ ਬਣਾ ਹੀ ਨਹੀਂ ਸਕਦੀ, ਮਤਲਬ ਨਨ ਆਫ ਦੀਜ਼, ਜਾਂ ਇਹਨਾਂ ਵਿੱਚੋਂ ਕੋਈ ਵੀ ਸਿਚੁਏਸ਼ਨ ਨਹੀਂ ਹੈਗੀ। ਹਾਂਜੀ ਆਨਸਰ ਕਰੋ। ਕੁਐਸਚਨ ਕਾਫੀ ਵਧੀਆ ਲੈਵਲ ਦਾ ਇਹ। ਇਹੋ ਜਿਹੇ ਕੁਐਸਚਨ ਜਿਹੜੇ ਆਪਣੇ ਪੰਜਾਬ ਗੌਰਮੈਂਟ ਦੇ ਵਿੱਚ PPSC ਡਿਪਾਰਟਮੈਂਟ ਦੁਆਰਾ ਪੁੱਛੇ ਜਾਂਦੇ ਆ, ਠੀਕ ਹੈ। ਹੁੰਦਾ ਹੀ ਨਿੱਕੇ ਜਿਹੇ ਕੁਐਸਚਨ ਹੈ, ਹੈਗੀ ਛੋਟੀ ਜਿਹੀ ਗੱਲ, ਬਟ ਆਪਣੇ ਲਈ ਪੇਪਰ ਦੇ ਵਿੱਚ ਇਹ ਇੱਕ ਪਲੱਸ ਪੁਆਇੰਟ ਦੇ ਤੌਰ 'ਤੇ ਆਪਾਂ ਨੂੰ ਨਜ਼ਰ ਆਊਗੀ। ਤਾਂ ਇੰਡੀਅਨ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ ਜਦੋਂ ਐਮਰਜੈਂਸੀ ਲੱਗੀ ਹੋਵੇ 352 ਨੰਬਰ ਆਰਟੀਕਲ ਦੇ ਵਿੱਚ, ਠੀਕ ਹੈ। ਹੁਣ ਗੱਲ ਆਉਂਦੀ ਆਪਣੇ ਕੋਲ 3 ਲਿਸਟ ਦੀ। ਤਾਂ ਜਿਹੜਾ ਕੁਐਸਚਨ ਮੈਂ ਤੁਹਾਨੂੰ ਪੁੱਛਿਆ ਸੀ ਯੂਨੀਅਨ ਲਿਸਟ, ਸਟੇਟ ਲਿਸਟ ਐਂਡ ਕੌਨਕਰੈਂਟ ਲਿਸਟ, ਤਾਂ ਕੌਨਕਰੈਂਟ ਲਿਸਟ ਦਾ ਜਿਹੜਾ ਕੰਸੈਪਟ ਹੈ ਉਹ ਆਪਾਂ ਕਿੱਥੋਂ ਲਿਆ? ਆਸਟ੍ਰੇਲੀਆ ਤੋਂ ਕੌਨਕਰੈਂਟ ਲਿਸਟ ਦਾ ਕੰਸੈਪਟ ਆਪਾਂ ਲਿਆ ਹੋਇਆ, ਠੀਕ ਹੈ ਜੀ। ਨੈਕਸਟ 12th ਨੰਬਰ ਕੁਐਸਚਨ, ਰਾਜ ਸਭਾ ਐਨਜੋਇਜ਼ ਮੋਰ ਪਾਵਰਸ ਦੈਨ ਦਾ ਲੋਕ ਸਭਾ ਇਨ ਦਾ ਕੇਸ ਆਫ। 2 ਹਾਊਸ ਆਪਣੇ ਪਾਰਲੀਮੈਂਟ ਦੇ, ਲੋਕ ਸਭਾ ਐਂਡ ਰਾਜ ਸਭਾ। ਤਾਂ ਵੈਸੇ ਤਾਂ ਪਾਵਰ ਆਪਾਂ ਦੇਖਦੇ ਹਾਂ ਵੀ ਜ਼ਿਆਦਾ ਜਿਹੜੀਆਂ ਪਾਵਰਸ ਆ ਉਹ ਲੋਕ ਸਭਾ ਦੇ ਕੋਲ ਹੈ, ਬਟ ਰਾਜ ਸਭਾ ਕੋਲ ਵੀ ਕੁਝ ਕੁ ਪਾਵਰਸ ਹੈਗੀਆਂ। ਇਹਦੇ ਵਿੱਚ ਕੁਐਸਚਨ ਇਹੀ ਪੁੱਛਿਆ ਗਿਆ ਵੀ ਰਾਜ ਸਭਾ ਕੋਲ ਜ਼ਿਆਦਾ ਪਾਵਰ ਹੈ ਐਜ਼ ਕੰਪੇਅਰ ਟੂ ਲੋਕ ਸਭਾ। ਕਿਸ ਕੇਸ ਦੇ ਵਿੱਚ? ਕਿ ਮਨੀ ਬਿੱਲ ਦੇ ਕੇਸ ਵਿੱਚ ਹੈ, ਨੋਨ ਮਨੀ ਬਿਲਸ ਦੇ ਕੇਸ ਵਿੱਚ ਹੈ, ਸੈਟਿੰਗ ਅਪ ਆਫ ਨਿਊ ਆਲ ਇੰਡੀਆ ਸਰਵਿਸਿਜ਼ ਦੇ ਕੇਸ ਦੇ ਵਿੱਚ ਹੈ, ਜਾਂ ਅਮੈਂਡਮੈਂਟ ਜਦੋਂ ਕਰਨੀ ਹੋਵੇ ਆਪਣੇ ਕੌਨਸਟੀਟਿਊਸ਼ਨ ਦੀ ਉਸ ਕੇਸ ਦੇ ਵਿੱਚ ਹੈ। ਤਾਂ ਇਹਨਾਂ ਵਿੱਚੋਂ ਕੀ ਆਨਸਰ ਆਏਗਾ ਆਪਣੇ ਕੋਲ? ਜਦੋਂ ਕੋਈ ਵੀ ਆਲ ਇੰਡੀਆ ਸਰਵਿਸਿਜ਼ ਨਵੀਂ ਬਣਾਉਣੀ ਹੁੰਦੀ ਹੈ ਤਾਂ ਉਸ ਕੇਸ ਦੇ ਵਿੱਚ ਰਾਜ ਸਭਾ ਦੇ ਵਿੱਚ ਪਹਿਲਾਂ ਬਿੱਲ ਪੇਸ਼ ਕੀਤਾ ਜਾਂਦਾ ਹੈ, ਠੀਕ ਹੈ। ਤਾਂ ਆਲ ਇੰਡੀਆ ਸਰਵਿਸਿਜ਼ ਦੇ ਰਿਲੇਟਿਡ
ਜਿਹੜਾ ਬਿੱਲ ਪੇਸ਼ ਕੀਤਾ ਜਾਂਦਾ ਹੈ ਇਹ ਕਿੱਥੇ ਪਹਿਲਾਂ ਪੇਸ਼ ਕੀਤਾ ਜਾਊਗਾ? ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਊਗਾ। ਇਹ ਆਰਟੀਕਲ ਨੰਬਰ ਜਿਹੜੀ ਇਹ ਪਾਵਰ ਹੈ ਰਾਜ ਸਭਾ ਕੋਲ ਕਿ ਆਲ ਇੰਡੀਆ ਸਰਵਿਸਿਜ਼ ਜਿਹੜੀਆਂ ਆਪਣੇ ਦੇਸ਼ ਦੇ ਵਿੱਚ ਬਣਾਈਆਂ ਜਾਂਦੀਆਂ ਜਾਂ ਬਣਾਈਆਂ ਜਾਣ, ਤਾਂ ਉਹ ਆਰਟੀਕਲ ਨੰਬਰ ਕਿੰਨਾ ਹੈ? ਤਾਂ ਆਰਟੀਕਲ ਨੰਬਰ ਕਿੰਨਾ ਹੈ? 312 ਨੰਬਰ ਆਰਟੀਕਲ ਹੈ। ਆਪਣੇ ਦੇਸ਼ ਦੇ ਵਿੱਚ ਕਿੰਨੀਆਂ ਆਲ ਇੰਡੀਆ ਸਰਵਿਸਿਜ਼ ਹੈ? ਇਹ ਵੀ ਪੁਆਇੰਟ ਯਾਦ ਰੱਖਿਓ, 3 ਜਿਹੜੀਆਂ ਆਲ ਇੰਡੀਆ ਸਰਵਿਸਿਜ਼ ਹੈ। ਠੀਕ ਹੈ, ਤਾਂ ਮਨੀ ਬਿੱਲ ਬਾਰੇ ਆਪਾਂ ਜਾਣਦੇ ਹਾਂ। ਮਨੀ ਬਿੱਲ ਦੇ ਕੇਸ ਦੇ ਵਿੱਚ ਕਿਹਦੇ ਕੋਲ ਜ਼ਿਆਦਾ ਪਾਵਰ ਹੈ? ਲੋਕ ਸਭਾ ਦੇ ਕੋਲ, ਕਿਉਂਕਿ ਮਨੀ ਬਿੱਲ ਜਿਹੜੀ ਹੈ, ਮਨੀ ਬਿੱਲ ਹੈਗਾ ਜਿਹੜਾ ਉਹ ਸਭ ਤੋਂ ਪਹਿਲਾਂ ਕਿੱਥੇ ਪੇਸ਼ ਕੀਤਾ ਜਾਊਗਾ? ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਊਗਾ। ਈਵਨ ਸਪੀਕਰ ਹੀ ਡਿਸਾਈਡ ਕਰਦਾ ਹੈ, ਇਹ ਵੀ ਇੰਪੋਰਟੈਂਟ ਪੁਆਇੰਟ ਹੈ, ਨਾਲ ਲਿਖ ਲਿਓ। ਸਪੀਕਰ ਹੀ ਡਿਸਾਈਡ ਕਰੂਗਾ ਕਿ ਉਹ ਬਿੱਲ ਜਿਹੜਾ ਹੈਗਾ ਪੇਸ਼ ਹੋਣਾ ਉਹ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ। ਠੀਕ ਹੈ, ਲੋਕ ਸਭਾ ਦੇ ਵਿੱਚ ਪਾਸ ਹੋ ਗਿਆ, ਦੈਨ ਉਸ ਤੋਂ ਬਾਅਦ ਕਿਹਦੇ ਕੋਲ ਜਾਊਗਾ? ਫਿਰ ਜਾਊਗਾ ਰਾਜ ਸਭਾ ਕੋਲ। ਰਾਜ ਸਭਾ ਕਿੰਨੀ ਦੇਰ ਤੱਕ ਇੱਥੇ ਆਪਦਾ ਜਿਹੜਾ ਡਿਸਾਈਡ ਕਰਕੇ ਦੱਸ ਸਕਦੀ ਹੈ, ਮਤਲਬ ਬਿੱਲ ਦੇ ਉੱਪਰ ਜਿਹੜੀ ਇਹਨਾਂ ਨੇ ਕੋਈ ਵੀ ਐਕਸ਼ਨ ਲੈਣਾ ਹੈ ਤਾਂ ਉਹ ਕਿੰਨੀ ਦੇਰ ਤੱਕ, ਇਹਨਾਂ ਕੋਲ ਕਿੰਨਾ ਚਿਰ ਦਾ ਸਮਾਂ ਹੁੰਦਾ? ਤਾਂ ਇਹਨਾਂ ਕੋਲ 14 ਡੇਜ਼ ਦਾ ਜਿਹੜਾ ਸਮਾਂ ਹੁੰਦਾ। ਠੀਕ ਹੈ ਜੀ, ਨੈਕਸਟ ਹਾਂਜੀ 73 ਸਾਇੰਸ ਦੇ ਵਿੱਚੋਂ ਕੁਐਸਚਨ ਹੈ ਔਰ ਬੜਾ ਲੌਜੀਕਲ ਕੁਐਸਚਨ ਹੈ। ਜਿਹੜੇ ਸਟੂਡੈਂਟਸ ਸਾਇੰਸ ਫੀਲਡ ਦੇ ਨਾਲ ਬਿਲੋਂਗ ਕਰਦੇ ਹੈ ਉਹਨਾਂ ਦੇ ਲਈ ਵੀ ਇਹ ਥੋੜ੍ਹਾ ਸੋਚ ਕੇ ਆਨਸਰ ਕਰਨ ਵਾਲਾ ਕੁਐਸਚਨ ਹੈ, ਤਾਂ ਧਿਆਨ ਨਾਲ। ਕਹਿੰਦਾ ਕੀ ਹੈ? ਸਫੈਰੀਕਲ ਬੋਲ ਮੇਡ ਆਫ ਸਟੀਲ ਵੈਨ ਡਰੋਪਡ ਇਨ ਮਰਕਰੀ ਕੰਟੇਨਰ। ਹੁਣ ਹੈ ਕੀ ਚੀਜ਼ ਕਿ ਮੰਨ ਲਓ ਆ ਮਰਕਰੀ ਦਾ ਕੰਟੇਨਰ ਹੈ, ਠੀਕ ਹੈ, ਇਹ 'ਚ ਮਰਕਰੀ ਪਾਈ ਹੈ, ਆ ਮਰਕਰੀ ਹੈ। ਅਗਰ ਇਹਦੇ ਵਿੱਚ ਸਫੈਰੀਕਲ ਬੋਲ ਆਪਾਂ ਸਿੱਟਤੀ, ਕਿਹੜੀ? ਸਟੀਲ ਦੀ, ਸਟੀਲ ਦੀ ਸਫੈਰੀਕਲ ਬੋਲ ਮਰਕਰੀ ਦੇ ਟੱਬ ਦੇ ਵਿੱਚ ਪਾਤੀ, ਤਾਂ ਜਦੋਂ ਡਰੋਪ ਕਰ ਦਿੱਤੀ ਤਾਂ ਕੀ ਹੋਊਗਾ? ਕਿ ਉਹ ਸਿੰਕ ਕਰੂਗੀ ਮਰਕਰੀ ਦੇ ਵਿੱਚ? ਵਿਲ ਬੀ ਔਨ ਦਾ ਸਰਫੇਸ ਆਫ ਮਰਕਰੀ, ਵਿਲ ਬੀ ਪਾਰਟਲੀ ਇਮਰਸਡ ਜਾਂ ਵਿਲ ਡਿਜ਼ੋਲਵ ਇਨ ਮਰਕਰੀ। ਤਾਂ ਕੀ ਹੋਊਗਾ? ਮਤਲਬ ਜਾਂ ਉਹਦੇ ਵਿੱਚ ਡੁੱਬ ਜਾਊਗੀ, ਸਿੰਕ ਦਾ ਮਤਲਬ ਜਾਂ ਉਹਦੇ ਵਿੱਚ ਡੁੱਬ ਜਾਊਗੀ, ਜਾਂ ਉਹਦੇ ਵਿੱਚ ਸਰਫੇਸ ਦੇ ਉੱਪਰ ਹੀ ਰਹੂਗੀ, ਜਾਂ ਉਹ ਅੱਧੀ ਡੁੱਬ ਜਾਊਗੀ, ਇਸ ਤਰ੍ਹਾਂ ਰਹੂਗੀ। ਇਮਰਸਡ ਮਤਲਬ ਇਸ ਤਰ੍ਹਾਂ ਰਹੂਗੀ, ਅੱਧੀ ਡੁੱਬ ਜਾਊਗੀ, ਅੱਧੀ ਉੱਪਰੋਂ ਦਿਖੂਗੀ ਆਪਾਂ ਨੂੰ, ਜਾਂ ਮਰਕਰੀ ਦੇ ਵਿੱਚ ਘੋਲੀ ਜਾਊਗੀ। ਕੀ ਹੋਊਗਾ? ਜਲਦੀ ਆਨਸਰ ਕਰੋ ਸੋਚ ਸਮਝ ਕੇ। ਪੇਪਰ ਦੇ ਵਿੱਚ ਐਵੇਂ ਦੀਆਂ ਕੰਡੀਸ਼ਨਸ ਬਹੁਤ ਆਉਂਦੀਆਂ, ਕੰਡੀਸ਼ਨ ਬੇਸ 'ਤੇ ਪੇਪਰ ਬਹੁਤ ਆਉਂਦਾ ਹੈ। ਡਾਇਰੈਕਟਲੀ ਕੰਸੈਪਟ ਬੇਸ 'ਤੇ ਜਿਹੜਾ ਕੀ ਹੈ ਉਹ ਅੱਜ ਕੱਲ੍ਹ ਨਹੀਂ ਪੁੱਛੇ ਜਾਂਦੇ। ਠੀਕ ਹੈ, ਜਿਹੜੇ ਪਹਿਲਾਂ ਕੁਐਸਚਨ ਪੁੱਛੇ ਜਾਂਦੇ ਸੀ ਹੁਣ ਉਹ ਕੁਐਸਚਨ ਨਹੀਂ ਪੁੱਛੇ ਜਾਂਦੇ। ਹੁਣ ਕੰਸੈਪਟ ਨੂੰ ਯੂਜ਼ ਕਰਕੇ ਸਿਚੁਏਸ਼ਨ ਬਣਾ ਦਿੱਤੀ ਜਾਂਦੀ ਹੈ, ਜਿਵੇਂ ਆਹ ਵਾਲਾ ਕੁਐਸਚਨ ਹੈ ਉਹਦੇ ਬੇਸ ਦੇ ਉੱਪਰ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਆ। ਤਾਂ ਇਸ ਤਰ੍ਹਾਂ ਦੇ ਕੁਐਸਚਨਸ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਆਪਣੀਆਂ ਆਉਣ ਵਾਲੀਆਂ ਸੀਰੀਜ਼ ਤੁਸੀਂ ਜ਼ਰੂਰ ਦੇਖਿਓ। ਠੀਕ ਹੈ, ਇਸ ਤਰ੍ਹਾਂ ਦੇ ਕੰਡੀਸ਼ਨ ਬੇਸ, ਸਿਚੁਏਸ਼ਨ ਬੇਸ ਕੁਐਸਚਨਸ ਤੁਹਾਨੂੰ ਕਾਫੀ ਮਿਲਣਗੇ ਸੀਰੀਜ਼ ਦੇ ਵਿੱਚ। ਨੈਕਸਟ, ਸਫੈਰੀਕਲ ਬੋਲ ਮੇਡ ਆਫ ਸਟੀਲ ਵੈਨ ਡਰੋਪਡ ਇਨ ਮਰਕਰੀ। ਤਾਂ ਕੀ ਹੋਊਗਾ? ਹਾਂਜੀ, ਤਾਂ ਉਹ ਜਿਹੜਾ ਸਟੀਲ ਦੀ ਜਿਹੜੀ ਬੋਲ ਹੈ ਉਹ ਸਰਫੇਸ ਦੇ ਉੱਪਰ ਹੀ ਰਹਿ ਜੂਗੀ। ਮਤਲਬ ਜਿੱਥੇ ਆਪਾਂ ਮੰਨ ਲਓ ਆ ਸਿੱਟੀ ਹੈ ਇੱਥੇ, ਤਾਂ ਉਹਦੀ ਸਰਫੇਸ ਦੇ ਉੱਪਰ ਹੀ ਰਹੂਗੀ। ਹੁਣ ਇਹਦਾ ਕਾਰਨ ਕੀ ਹੈ? ਉੱਪਰ ਰਹਿਣ ਦਾ ਕਾਰਨ ਕੀ ਹੈ? ਦੇਖੋ, ਕੋਈ ਵੀ ਚੀਜ਼ ਵਿੱਚ ਡੁੱਬਣੀ ਜਾਂ ਉੱਪਰ ਤੈਰਨੀ ਕਿਹਦੇ ਉੱਪਰ ਡਿਪੈਂਡ ਕਰਦਾ? ਤਾਂ ਇਹ ਵੀ ਪੁਆਇੰਟ ਨੋਟ ਕਰ ਲਓ, ਇਹ ਦੋਨਾਂ ਚੀਜ਼ਾਂ ਦੀ ਡੈਂਸਿਟੀ ਦੇ ਉੱਪਰ ਬੇਸਡ ਹੁੰਦਾ ਹੈ। ਅਗਰ ਕਿਸੇ ਵੀ ਸਬਸਟਾਂਸ, ਮੰਨ ਲਓ ਆਪਾਂ ਉੱਪਰ ਜਿਹੜਾ ਸਬਸਟਾਂਸ ਪਾ ਰਹੇ ਹਾਂ ਉਹਦੀ ਡੈਂਸਿਟੀ ਘੱਟ ਹੈ, ਮੰਨ ਲਓ ਜਿਵੇਂ ਸਟੀਲ ਦੀ ਗੱਲ ਕਰ ਰਹੇ ਹਾਂ, ਅਗਰ ਇਹਦੀ ਡੈਂਸਿਟੀ ਘੱਟ ਹੈ ਨੀਚੇ ਮਰਕਰੀ, ਨੀਚੇ ਲਿਕੁਇਡ ਦੇ ਨਾਲੋਂ, ਤਾਂ ਉਹ ਚੀਜ਼ ਕੀ ਰਹੂਗੀ? ਉੱਪਰ ਹੀ ਰਹੂਗੀ। ਅਗਰ ਇਹਦੀ ਡੈਂਸਿਟੀ ਜ਼ਿਆਦਾ ਹੁੰਦੀ, ਮੰਨ ਲਓ ਆਪਾਂ ਇੱਥੇ ਗੋਲਡ ਦੀ ਬੋਲ ਸਿੱਟ ਦਿੰਦੇ, ਤਾਂ ਕੀ ਹੋਣਾ ਸੀ? ਫਿਰ ਉਹ ਮਰਕਰੀ ਦੇ ਵਿੱਚ ਡੁੱਬ ਜਾਣੀ ਸੀ, ਸਿੰਕ ਹੋ ਜਾਣੀ ਸੀ। ਠੀਕ ਹੈ, ਪਰ ਸਟੀਲ ਕੀ ਹੈ? ਇਹਦੀ ਡੈਂਸਿਟੀ ਕੀ ਹੋਊਗੀ? ਘੱਟ ਹੋਊਗੀ। ਕਿਹਦੇ ਨਾਲੋਂ? ਮਰਕਰੀ ਦੇ ਨਾਲੋਂ ਘੱਟ ਹੈ। ਠੀਕ ਹੈ, ਤਾਂ ਲੈਸ ਡੈਂਸਿਟੀ ਹੈ ਸਟੀਲ ਦੀ, ਤਾਂ ਕਰਕੇ ਇਹ ਕੀ ਹੈ? ਉਹਦੀ ਸਰਫੇਸ ਦੇ ਉੱਪਰ ਹੀ ਤੈਰੂਗੀ। ਨੈਕਸਟ, ਕਲੀਅਰ ਹੈ ਜੀ? 73rd ਨੰਬਰ ਕੁਐਸਚਨ। ਅਗਲੇ ਕੁਐਸਚਨ ਤੇ ਚਲੀਏ, 74th। ਲਓ ਜੀ, 74th ਨੰਬਰ ਕੁਐਸਚਨ। ਇਹ ਕੁਐਸਚਨ ਵੀ ਆਪਾਂ ਲਾਸਟ ਸੀਰੀਜ਼ ਦੇ ਵਿੱਚ ਦੇਖੇ ਹੋਏ ਹੈ, ਮਤਲਬ 2 ਵਾਰੀ ਕੁਐਸਚਨ ਅੱਗੇ ਰਿਪੀਟ ਹੋ ਚੁੱਕਿਆ ਇਹ। ਵਟ ਇਜ਼ ਦਾ ਪਰਪਸ ਆਫ ਐਡਿੰਗ ਬੇਕਿੰਗ ਸੋਡਾ ਟੂ ਡਫ? ਆਪਾਂ ਬੇਕਿੰਗ ਸੋਡਾ ਕਿਉਂ ਐਡ ਕਰਦੇ ਹਾਂ ਆਟੇ ਦੇ ਵਿੱਚ ਜਦੋਂ ਆਟਾ ਗੁੰਨਿਆ ਜਾਂਦਾ ਹੈ? ਇਹ ਸਪੈਸ਼ਲੀ ਕਿਹੜੇ ਆਟੇ ਦੀ ਗੱਲ ਹੋ ਰਹੀ ਹੈ? ਐਗਜ਼ਾਮਪਲ ਜਿਵੇਂ ਭਟੂਰੇ ਛੋਲੇ, ਭਟੂਰੇ ਦੀ ਗੱਲ ਕੀਤੀ ਜਾਵੇ, ਖਾਣੇ ਨਹੀਂ ਖਾਧੇ ਹੋਣੇ ਹੈ ਨਾ,
ਤਾਂ ਜਦੋਂ ਉਹਨਾਂ ਦਾ ਜਿਹੜਾ ਆਟਾ ਗੁੰਨਿਆ ਜਾਂਦਾ ਹੈ ਜਾਂ ਦੂਸਰੀ ਚੀਜ਼ ਗੱਲ ਕਰ ਲਓ, ਜਦੋਂ ਕੇਕ ਬਣਾਉਂਦੇ ਹਾਂ, ਜਦੋਂ ਕੇਕ ਬਣਾਇਆ ਜਾਂਦਾ ਉਦੋਂ ਵੀ ਬੇਕਿੰਗ ਸੋਡਾ ਐਡ ਕੀਤਾ ਜਾਂਦਾ ਹੈ, ਜਾਂ ਕੋਈ ਵੀ ਬੰਨ ਆਪਾਂ ਖਾ ਰਹੇ ਹਾਂ ਨਾ, ਤਾਂ ਜਦੋਂ ਵੀ ਇਹਨਾਂ ਦੇ ਮੇਕਿੰਗ ਹੁੰਦੀ ਹੈ ਤਾਂ ਉਹਦਾ ਜਦੋਂ ਆਟਾ ਗੁੰਨਿਆ ਜਾਂਦਾ ਨਾ ਤਾਂ ਉਸ ਸਮੇਂ ਉਹਦੇ ਵਿੱਚ ਬੇਕਿੰਗ ਸੋਡਾ ਪਾਇਆ ਜਾਂਦਾ ਹੈ। ਕਿਉਂ ਪਾਇਆ ਜਾਂਦਾ ਹੈ? ਵਾਈ? ਬੇਕਿੰਗ ਸੋਡਾ ਕਿਉਂ ਪਾਇਆ ਜਾਂਦਾ ਹੈ? ਕਿਉਂਕਿ ਬੇਕਿੰਗ ਸੋਡੇ ਦੀ ਖਾਸੀਅਤ ਹੁੰਦੀ ਹੈ ਇਹਦੇ ਵਿੱਚੋਂ ਕਿਹੜੀ ਗੈਸ ਨਿਕਲਦੀ ਹੈ? ਕਾਰਬਨ ਡਾਈਆਕਸਾਈਡ ਗੈਸ ਬਾਹਰ ਨਿਕਲੂਗੀ। ਜੇ ਕਾਰਬਨ ਡਾਈਆਕਸਾਈਡ ਗੈਸ ਬਾਹਰ ਨਿਕਲੂਗੀ, ਲਾਸਟ ਲੈਕਚਰ ਦੇ ਵਿੱਚ ਆਪਾਂ ਪੜ੍ਹਿਆ ਸੀ, ਕਾਰਬਨ ਡਾਈਆਕਸਾਈਡ ਗੈਸ ਬਾਹਰ ਨਿਕਲਣ ਦੇ ਨਾਲ ਹੀ ਜਿਹੜਾ ਆਪਾਂ ਮੰਨ ਲਓ ਕੇਕ ਬਣਾ ਰਹੇ ਹਾਂ ਤਾਂ ਉਹ ਕਿਸ ਤਰ੍ਹਾਂ ਦਾ ਬਣੂਗਾ? ਪੋਰਸ ਬਣੂਗਾ, ਸੌਫਟ ਬਣੂਗਾ, ਸਪੌਂਜੀ ਬਣੂਗਾ। ਠੀਕ ਹੈ, ਆਪਾਂ ਨੂੰ ਇਹੀ ਚੀਜ਼ਾਂ ਤਾਂ ਚਾਹੀਦੀਆਂ ਹੁੰਦੀਆਂ, ਤਾਂ ਹੀ ਆਪਾਂ ਬੇਕਿੰਗ ਸੋਡਾ ਯੂਜ਼ ਕਰਦੇ ਹਾਂ। ਇੱਕ ਹੋਰ ਰੀਜ਼ਨ ਵੀ ਹੁੰਦਾ ਵੀ ਜਿਹੜਾ ਜਲਦੀ ਪੱਕ ਵੀ ਜਾਂਦਾ ਫੂਡ, ਬੇਕ ਵੀ ਹੋ ਜਾਂਦਾ, ਤਾਂ ਕਰਕੇ ਵੀ ਬੇਕਿੰਗ ਸੋਡਾ ਯੂਜ਼ ਕੀਤਾ ਜਾਂਦਾ। ਤਾਂ ਹੁਣ ਇਹਦੇ ਵਿੱਚ ਆਨਸਰ ਕੀ ਹੋਊਗਾ? ਟੂ ਜਨਰੇਟ ਕਾਰਬਨ ਡਾਈਆਕਸਾਈਡ ਗੈਸ। ਕਾਰਬਨ ਡਾਈਆਕਸਾਈਡ ਗੈਸ ਨੂੰ ਜਨਰੇਟ ਕਰਵਾਉਣ ਦੇ ਲਈ ਇਹ ਐਡ ਕੀਤਾ ਜਾਂਦਾ ਹੈ। ਠੀਕ ਹੈ, ਬੇਕਿੰਗ ਸੋਡਾ ਦਾ ਫਾਰਮੂਲਾ ਦੱਸ ਸਕਦੇ ਹੋ ਕੋਈ? ਹਾਂਜੀ, ਐਨੀ? ਬੇਕਿੰਗ ਸੋਡਾ ਦਾ ਫਾਰਮੂਲਾ ਕੀ ਹੋਏਗਾ? NaHCO3, ਸੋਡੀਅਮ ਬਾਈਕਾਰਬੋਨੇਟ ਨੂੰ ਆਪਾਂ ਕਹਿੰਦੇ ਹਾਂ। ਫਾਰਮੂਲਾ ਕੀ ਹੈ? ਸੋਡੀਅਮ ਬਾਈਕਾਰਬੋਨੇਟ, ਸੋਡੀਅਮ ਬਾਈਕਾਰਬੋਨੇਟ। ਠੀਕ ਹੈ, ਤਾਂ ਇਹਦਾ ਫਾਰਮੂਲਾ ਕੀ ਹੈ? Na ਕਿਹਦਾ ਫਾਰਮੂਲਾ ਹੈ? ਸਿੰਬਲ ਹੈ ਸੋਡੀਅਮ ਦਾ। H4 ਬਾਈ ਮਤਲਬ ਹਾਈਡਰੋਜਨ, ਕਾਰਬੋਨੇਟ CO3, ਤਾਂ NaHCO3 ਆਪਣੇ ਕੋਲ ਬੇਕਿੰਗ ਸੋਡਾ। ਠੀਕ ਹੈ ਜੀ। ਨੈਕਸਟ 75 ਨੰਬਰ ਕੁਐਸਚਨ, ਦ ਚੀਫ ਕੌਂਸਟੀਟੂਐਂਟ ਆਫ ਵਿਨੇਗਰ ਇਜ਼। ਦ ਚੀਫ ਕੌਂਸਟੀਟੂਐਂਟ ਆਫ ਵਿਨੇਗਰ, ਵਿਨੇਗਰ ਕੀ ਹੁੰਦਾ? ਜਿਹੜਾ ਆਪਾਂ ਸਿਰਕਾ ਯੂਜ਼ ਕਰਦੇ ਹਾਂ, ਆਪਣੀ ਕਿਚਨ ਦੇ ਵਿੱਚ ਸਿਰਕਾ ਯੂਜ਼ ਕੀਤਾ ਜਾਂਦਾ ਹੈ। ਤਾਂ ਵਿਨੇਗਰ ਜਿਹੜਾ ਇਹਦੇ ਵਿੱਚ ਮੇਨ ਚੀਜ਼ ਕਿਹੜੀ ਹੁੰਦੀ ਹੈ? ਇੱਕ ਐਸਿਡ ਹੁੰਦਾ ਇਹ। ਠੀਕ ਹੈ, ਤਾਂ ਉਹ ਕਿਹੜਾ ਐਸਿਡ ਹੁੰਦਾ? ਵਿਨੇਗਰ। ਵਿਨੇਗਰ ਕਿੱਥੇ ਤੁਸੀਂ ਦੇਖਿਆ? ਵਿਨੇਗਰ ਕਿੱਥੇ ਸੁਣਿਆ? ਸਿਰਕਾ। ਹਾਂਜੀ, ਸਿਰਕਾ ਸੁਣਿਆ ਹੋਇਆ, ਸੈਲਡ ਦੇ ਉੱਪਰ ਯੂਜ਼ ਕੀਤਾ ਜਾਂਦਾ ਹੈ ਬੇਸਿਕਲੀ, ਜਾਂ ਪਿੱਕਲ ਦੇ ਵਿੱਚ ਵੀ ਪਾਇਆ ਜਾਂਦਾ ਹੈ। ਅਚਾਰ ਜਦੋਂ ਪਾਇਆ ਜਾਂਦਾ ਤਾਂ ਉਹਦੇ ਵਿੱਚ ਵੀ ਯੂਜ਼ ਕਰਦੇ ਆ ਇਹ। ਤਾਂ ਹੁਣ ਇੱਥੇ ਆਪਣੇ ਕੋਲ ਮੇਨ ਚੀਜ਼ ਆ ਵੀ ਵਿਨੇਗਰ ਦੇ ਵਿੱਚ ਕਿਹੜਾ ਐਸਿਡ ਹੁੰਦਾ ਹੈ। ਈਜ਼ੀ ਕੁਐਸਚਨ ਹੈ ਇਹ, ਜਸਟ ਯਾਦ ਕਰਨ ਵਾਲੀ ਹੈ। ਹਾਂਜੀ, ਤਾਂ ਕਿਹੜਾ ਐਸਿਡ ਹੁੰਦਾ ਵਿਨੇਗਰ ਦੇ ਵਿੱਚ? ਐਸੀਟਿਕ ਐਸਿਡ। ਈਜ਼ੀ ਹੈ ਇਹ ਕੁਐਸਚਨ, ਯਾਦ ਕਰ ਲਓ ਬਸ, ਹੋਰ ਕੁਝ ਵੀ ਹੈ ਨਹੀਂ। ਐਸੀਟਿਕ ਐਸਿਡ। ਫੋਰਮਿਕ ਐਸਿਡ ਵੀ ਹੁੰਦਾ। ਫੋਰਮਿਕ ਐਸਿਡ ਕਿੱਥੇ ਹੁੰਦਾ ਜੀ? ਦੱਸ ਸਕਦੇ ਹੋ ਫੋਰਮਿਕ ਐਸਿਡ ਕਿੱਥੇ ਹੁੰਦਾ? ਫੋਰਮਿਕ ਐਸਿਡ ਉਦੋਂ ਹੁੰਦਾ ਆਪਣੀ ਬੋਡੀ ਦੇ ਵਿੱਚ, ਉਦੋਂ ਚਲਾ ਜਾਂਦਾ ਜਦੋਂ ਕੋਈ ਵੀ ਮਧੂਮੱਖੀ, ਬੀ ਦਾ ਜਿਹੜਾ ਸਟਿੰਗ ਹੈ, ਮਧੂਮੱਖੀ ਜਿਹੜੀ ਡੰਗ ਮਾਰ ਜਾਂਦੀ ਹੈ ਨਾ, ਤਾਂ ਉਹਦੇ ਵਿੱਚ ਜਿਹੜਾ ਉਹਦੇ ਡੰਗ ਦੇ ਵਿੱਚ ਐਸਿਡ ਹੁੰਦਾ, ਕਿਹੜਾ? ਫੋਰਮਿਕ ਐਸਿਡ। ਠੀਕ ਹੈ, ਇਹ ਵੀ ਬਹੁਤ ਵਾਰੀ ਕੁਐਸਚਨ ਆ ਚੁੱਕਿਆ ਫੋਰਮਿਕ ਐਸਿਡ ਵੀ ਕਿੱਥੇ ਹੁੰਦਾ। ਜਾਂ ਇੱਕ ਉਲਟ ਕੁਐਸਚਨ ਪੁੱਛ ਲੈਂਦੇ ਆ ਕਿ ਬੀ ਦੀ ਸਟਿੰਗ ਦੇ ਵਿੱਚ ਕਿਹੜਾ ਐਸਿਡ ਹੁੰਦਾ, ਤਾਂ ਉਹ ਫੋਰਮਿਕ ਐਸਿਡ ਹੁੰਦਾ। ਇਸ ਤੋਂ ਬਿਨਾਂ ਆਕਜ਼ੈਲਿਕ ਐਸਿਡ ਦੀ ਗੱਲ ਕੀਤੀ ਜਾਵੇ ਤਾਂ ਆਕਜ਼ੈਲਿਕ ਐਸਿਡ ਕਿਹਦੇ ਵਿੱਚ ਪਾਇਆ ਜਾਂਦਾ ਹੈ? ਤਾਂ ਵੀ ਯਾਦ ਰੱਖੋ, ਆਕਜ਼ੈਲਿਕ ਐਸਿਡ ਕਿਹਦੇ ਵਿੱਚ ਹੁੰਦਾ? ਟੋਮੈਟੋਜ਼ ਦੇ ਵਿੱਚ ਹੁੰਦਾ। ਠੀਕ ਹੈ ਜੀ। ਤਾਂ ਕੁਝ ਕੁ ਆਪਣੇ ਕੋਲ ਇੰਪੋਰਟੈਂਟ ਫੈਕਟ ਹੈਗੇ ਆ ਜਿਹੜੇ ਆਪਾਂ ਨਾਲ ਡਿਸਕਸ ਕਰਦੇ ਜਾ ਰਹੇ ਹਾਂ। ਆਈ ਹੋਪ ਤਾਂ ਤੁਸੀਂ ਨਾਲ ਨੋਟ ਕਰਦੇ ਰਹੇ ਹੋਵੋਗੇ। ਠੀਕ ਹੈ, ਨਾਲ ਨੋਟ ਜ਼ਰੂਰ ਕਰ ਲਿਓ, ਐਟ ਦਾ ਐਂਡ ਤੁਹਾਨੂੰ ਕਾਫੀ ਬੈਨੀਫਿਟ ਹੋਣ ਵਾਲਾ ਹੈ। ਅਗਲਾ ਕੁਐਸਚਨ ਚੱਲਦੇ ਹਾਂ, ਜਿਓਗ੍ਰਾਫੀ ਬੇਸ 'ਤੇ ਕੁਐਸਚਨ ਹੈ ਜੀ। ਮਾਜੁਲੀ। ਮਾਜੁਲੀ ਇੱਕ ਰਿਵਰ ਆਈਲੈਂਡ ਹੈ। ਠੀਕ ਹੈ, ਇੰਡੀਆ ਦੇ ਵਿੱਚ ਹੀ ਹੈ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਮਾਜੁਲੀ ਲਾਰਜੈਸਟ ਰਿਵਰ ਆਈਲੈਂਡ ਹੈ। ਮਤਲਬ ਰਿਵਰ ਆਈਲੈਂਡ ਦਾ ਮਤਲਬ ਕੀ ਹੁੰਦਾ ਵੀ ਇੱਕ ਨਦੀ ਦੁਆਰਾ ਬਣਾਇਆ ਜਾਣ ਵਾਲਾ ਆਈਲੈਂਡ ਹੈ, ਤਾਂ ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਡਾ ਹੈ। ਠੀਕ ਹੈ, ਤਾਂ ਇਹ ਕਿਹੜੀ ਸਟੇਟ ਦੇ ਵਿੱਚ ਹੈ? ਮਾਜੁਲੀ ਜਿਹੜਾ ਰਿਵਰ ਆਈਲੈਂਡ ਹੈ ਇਹ ਕਿਹੜੀ ਸਟੇਟ ਦੇ ਵਿੱਚ ਹੈ? ਇਹ ਐਜ਼ ਇਟ ਇਜ਼ ਕੁਐਸਚਨ ਪੰਜਾਬ ਗੌਰਮੈਂਟ ਬਹੁਤ ਵਾਰ ਰਿਪੀਟ ਕਰ ਚੁੱਕੀ ਹੈ। ਠੀਕ ਹੈ, ਤੁਸੀਂ ਦੇਖ ਵੀ ਲਓਗੇ ਜਿਹੜੇ ਆਪਣੇ ਪੁਰਾਣੇ ਪੇਪਰ ਹੋਏ ਆ, ਅਤੇ ਜਿਹੜੇ ਸਟੂਡੈਂਟਸ ਨੇ ਪੁਰਾਣੇ ਪੇਪਰ ਦੇ ਰਹੇ ਆ ਪੰਜਾਬ ਦੇ, ਤਾਂ ਉਹਨਾਂ ਨੂੰ ਪਤਾ ਹੋਏਗਾ। ਹਾਂਜੀ, ਮਾਜੁਲੀ ਲਾਰਜੈਸਟ ਰਿਵਰ ਆਈਲੈਂਡ ਇਨ ਦਾ ਵਰਲਡ ਲਾਈਜ਼ ਇਨ ਦਾ ਸਟੇਟ ਆਫ, ਕਿਹੜੀ ਸਟੇਟ ਦੇ ਵਿੱਚ ਹੈ? ਜਲਦੀ ਆਨਸਰ ਕਰੋ, ਤੁਹਾਡੇ ਕੋਲ 10 ਸੈਕਿੰਡ ਹੈ, ਸੋਚ ਸਮਝ ਕੇ।
ਨੌਰਥ ਈਸਟ ਸਟੇਟਸ ਦੇ ਵਿੱਚ ਆਪਣੇ ਕੋਲ ਇਹ ਇੰਨਾ ਤਾਂ ਆਪਾਂ ਨੂੰ ਪਤਾ ਹੀ ਹੈ, ਸਾਰੀਆਂ ਨੌਰਥ ਈਸਟ ਸਟੇਟਸ ਹੀ ਲਿਖੀਆਂ ਹੋਈਆਂ। ਮਾਜੁਲੀ ਰਿਵਰ ਆਈਲੈਂਡ ਕਿੱਥੇ ਹੈ? ਹਾਂਜੀ ਮੈਂ ਆਨਸਰ ਕਰਨ ਜਾ ਰਿਹਾ ਦਾ, ਤਾਂ ਇਹ ਅਸਮ ਦੇ ਵਿੱਚ ਹੈ। ਮਾਜੁਲੀ ਰਿਵਰ ਆਈਲੈਂਡ ਕਿੱਥੇ ਹੈ? ਅਸਮ ਦੇ ਵਿੱਚ ਹੈ। ਦੁਨੀਆ ਦਾ ਸਭ ਤੋਂ ਵੱਡਾ ਇਹ ਆਈਲੈਂਡ ਹੈ, ਠੀਕ ਹੈ ਜੀ, ਦੁਨੀਆ ਦਾ ਸਭ ਤੋਂ ਵੱਡਾ ਆਈਲੈਂਡ ਹੈ। ਕਿਹੜੀ ਨਦੀ ਬਣਾਉਂਦੀ ਹੈ ਇਹ? ਇਹਦੇ ਬਾਰੇ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਕਿਹੜੀ ਨਦੀ ਬਣਾਉਂਦੀ ਹੈ? ਤਾਂ ਇਹ ਬ੍ਰਹਮਪੁੱਤਰਾ ਨਦੀ ਬਣਾਉਂਦੀ ਹੈ। ਬ੍ਰਹਮਪੁੱਤਰ ਨਦੀ ਬਣਾਉਂਦੀ ਹੈ। ਬ੍ਰਹਮਪੁੱਤਰ ਨਦੀ ਦਾ ਨਾਮ ਵੀ ਆਪਾਂ ਪੜ੍ਹਿਆ ਹੋਇਆ ਨਾ। ਬ੍ਰਹਮਪੁੱਤਰ ਨਦੀ ਦਾ ਨਾਮ ਅਲੱਗ-ਅਲੱਗ ਥਾਵਾਂ 'ਤੇ ਅਲੱਗ-ਅਲੱਗ ਨਾਮ ਹੈ। ਜਿਵੇਂ ਬ੍ਰਹਮਪੁੱਤਰ ਨਦੀ ਦਾ ਨਾਮ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕੀ ਹੈ? ਦਿਹਾਂਗ, ਠੀਕ ਹੈ, ਦਿਹਾਂਗ। ਤਾਂ ਆਪਣੇ ਕੋਲ ਅੱਜ ਦਾ ਇਹ 16th ਕੁਐਸਚਨ ਸੀ। ਨੈਕਸਟ ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਮਾਊਂਟੇਨ ਰੇਂਜ ਵਿਚ ਡਿਵਾਈਡਸ ਦਾ ਨੌਰਥ ਐਂਡ ਦਾ ਸਾਊਥ ਇੰਡੀਆ ਇਜ਼। ਦੇਖੋ ਇੰਡੀਅਨ ਜੋਗਰਾਫੀ ਦੇ ਵਿੱਚੋਂ ਤੁਹਾਨੂੰ 1 ਤੋਂ 2 ਕੁਐਸਚਨ ਜ਼ਰੂਰ ਆਉਣਗੇ। ਤਾਂ ਜਿਹੜੇ ਵੀ ਸਟੂਡੈਂਟਸ ਇੰਡੀਅਨ ਜੋਗਰਾਫੀ ਜਿਨ੍ਹਾਂ ਨੇ ਨਹੀਂ ਕਵਰ ਕੀਤੀ ਹੋਈ ਉਹ ਹੁਣੇ ਸਟਾਰਟ ਕਰ ਦਿਓ ਆਪਦਾ ਕਵਰ ਕਰਨਾ, ਠੀਕ ਹੈ ਜੀ। ਅਗਰ ਕੋਈ ਵੀ ਸਟੂਡੈਂਟ ਸਾਡੀ ਹੈਲਪ ਲੈਣਾ ਚਾਹੁੰਦਾ ਤਾਂ ਸਾਨੂੰ ਨੀਚੇ ਜਿਹੜੇ ਕੰਟੈਕਟ ਨੰਬਰ ਦੇ ਉੱਪਰ ਕੰਟੈਕਟ ਕਰ ਸਕਦਾ ਕਿਸੇ ਵੀ ਰਿਗਾਰਡਿੰਗ, ਠੀਕ ਹੈ ਜੀ। ਕਿਸੇ ਵੀ ਪੇਪਰ ਦੀ ਤੁਸੀਂ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਤਾਂ ਨੀਚੇ ਜਿਹੜੇ ਨੰਬਰਸ ਫਲੈਸ਼ ਹੋ ਰਹੇ ਆ ਤੁਸੀਂ ਉਹਨਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਹਾਂਜੀ ਆਪਣੇ ਕੋਲ ਕੁਐਸਚਨ ਕੀ ਹੈ? ਮਾਊਂਟੇਨ ਰੇਂਜ ਵਿਚ ਡਿਵਾਈਡਸ ਦਾ ਨੌਰਥ ਐਂਡ ਸਾਊਥ ਇੰਡੀਆ। ਨੌਰਥ ਅਤੇ ਸਾਊਥ ਇੰਡੀਆ ਨੂੰ ਡਿਵਾਈਡ ਕਰਦੀ ਹੈ ਕਿਹੜੀ ਮਾਊਂਟੇਨ ਰੇਂਜ ਹੈ? ਮਾਊਂਟੇਨ ਰੇਂਜ ਦਾ ਨਾਮ ਕੀ ਹੈ? ਮਾਊਂਟੇਨ ਰੇਂਜਸ ਪੜ੍ਹੀਆਂ ਹੋਈਆਂ ਇੰਡੀਆ ਦੇ ਵਿੱਚ, ਹਿਮਾਲਿਆ, ਵੈਸਟਰਨ ਘਾਟ, ਵਿੰਧਿਆ, ਸਤਪੁੜਾ। ਤਾਂ ਕਿਹੜੀ ਹੈ ਇਹ? ਆਨਸਰ ਕੀ ਆਂਦਾ? ਵਿੰਧਿਆ। ਵਿੰਧਿਆ ਜਿਹੜੀ ਆ ਉਹ ਇੰਡੀਆ ਨੂੰ 2 ਪਾਰਟਸ 'ਚ ਡਿਵਾਈਡ ਕਰਦੀ ਹੈ, ਨੌਰਥ ਐਂਡ ਸਾਊਥ ਇੰਡੀਆ। ਨੈਕਸਟ ਵਿਚ ਆਫ ਦਾ ਫੋਲੋਇੰਗ ਸਟੇਟਸ ਡਜ਼ ਨੋਟ ਬਾਰਡਰ ਔਨ ਮਿਆਂਮਾਰ। ਮਿਆਂਮਾਰ ਸਟੇਟ ਜਿਹੜੀ ਹੈਗੀ, ਮਿਆਂਮਾਰ ਜਿਹੜੀ ਕੰਟਰੀ ਹੈ ਉਹ ਕਿਹੜੀ ਸਟੇਟ ਦੇ ਨਾਲ ਨਹੀਂ ਲੱਗਦੀ? ਕਿਹੜੀ ਸਟੇਟ ਦੇ ਨਾਲ ਉਹਦੀ ਬਾਉਂਡਰੀ ਨਹੀਂ ਲੱਗਦੀ ਇਹ ਦੱਸਣਾ ਆਪਾਂ। ਡਜ਼ ਨੋਟ ਬਾਰਡਰ ਔਨ ਮਿਆਂਮਾਰ। ਹੁਣ ਇੱਥੇ ਨਾ ਤੁਹਾਨੂੰ ਇੰਡੀਆ ਦਾ ਮੈਪ ਕਲੀਅਰ ਕੱਟ ਹੋਣਾ ਚਾਹੀਦਾ ਹੈ। ਤੁਹਾਡੀਆਂ ਅੱਖਾਂ ਦੇ ਵਿੱਚ ਇੱਕ ਇੱਕ ਸਟੇਟ ਮੋਤੀਆਂ ਦੇ ਵਾਂਗੂ ਪਰੋਏ ਹੋਣੇ ਚਾਹੀਦੇ ਆ ਵੀ ਹਾਂ ਆਹ ਵਾਲੀ ਸਟੇਟ ਇੱਥੇ ਹੈ, ਪਰ ਇਸ ਸਟੇਟ ਦੀ ਬਾਉਂਡਰੀ ਮੈਂ ਇੱਥੇ ਭਰੀ ਸੀ, ਇੱਥੇ ਉਹਨੂੰ ਬਾਰਡਰ ਕੀਤਾ ਸੀ, ਠੀਕ ਹੈ। ਤਾਂ ਇੱਥੋਂ ਮੈਪ ਬੇਸ 'ਤੇ ਕੁਐਸਚਨਸ ਕਾਫੀ ਆ ਜਾਂਦੇ ਆਪਣੇ ਪੇਪਰ ਦੇ ਵਿੱਚ। ਮਤਲਬ ਮੰਨ ਲਓ 2 ਕੁਐਸਚਨ, 1 ਕੁਐਸਚਨ ਵੀ ਆ ਗਿਆ ਜੋਗਰਾਫੀ ਬੇਸ 'ਤੇ ਜਿਹੜਾ ਮੈਪ ਬੇਸਡ ਹੋਊਗਾ ਤਾਂ ਉੱਥੇ ਆਪਾਂ ਨੂੰ ਮੈਪ ਇੰਡੀਆ ਦਾ ਸਭ ਤੋਂ ਫਸਟ ਐਂਡ ਫੋਰਮੋਸਟ ਚੀਜ਼ ਇਹੀ ਹੁੰਦੀ ਹੈ ਵੀ ਆਪਾਂ ਨੂੰ ਇੰਡੀਆ ਦਾ ਮੈਪ ਆਪਣੀਆਂ ਅੱਖਾਂ ਦੇ ਸਾਹਮਣੇ ਹੋਣਾ ਚਾਹੀਦਾ ਪੇਪਰ ਦੇ ਵਿੱਚ। ਅੱਖਾਂ ਦੇ ਸਾਹਮਣੇ ਦਾ ਮਤਲਬ ਇਹ ਹੈ ਵੀ ਆਪਣੇ ਮਾਈਂਡ ਦੇ ਵਿੱਚ ਹੋਣਾ ਚਾਹੀਦਾ, ਨਾਲ ਲੈ ਕੇ ਨਹੀਂ ਜਾਣਾ। ਆਈ ਹੋਪ ਤੁਸੀਂ ਸਮਝ ਗਏ ਹੋਵੋਗੇ। ਵਿਚ ਆਫ ਦਾ ਫੋਲੋਇੰਗ ਸਟੇਟ ਡਜ਼ ਨੋਟ ਬਾਰਡਰ ਔਨ ਮਿਆਂਮਾਰ। ਹਾਂਜੀ ਮਿਆਂਮਾਰ ਦੇ ਨਾਲ ਕਿਹੜੀ ਸਟੇਟ ਨਹੀਂ ਲੱਗਦੀ? ਇੰਡੀਆ ਦਾ ਨੌਰਥ ਈਸਟ ਵਾਲਾ ਪਾਰਟ ਯਾਦ ਕਰੋ, ਆ ਵਾਲਾ। ਇੱਥੇ ਆਪਣੀਆਂ 7 ਸਿਸਟਰ ਸਟੇਟਸ ਹੈ, ਤਾਂ ਮਿਆਂਮਾਰ ਕਿੱਥੇ ਰਹਿ ਗਿਆ? ਆ ਮਿਆਂਮਾਰ ਇੱਧਰ ਵਿੱਚ ਬੰਗਲਾਦੇਸ਼ ਹੈ ਇੱਥੇ ਜੇ। ਤਾਂ ਕਿਹੜੀ ਸਟੇਟ ਆਪਾਂ ਦੇਖਦੇ ਹਾਂ ਹੁਣੇ ਮੈਪ ਦੇ ਵਿੱਚ ਵੀ, ਤਾਂ ਕਿਹੜੀ ਸਟੇਟ ਜਿਹੜੀ ਆ ਉਹ ਬਾਰਡਰ ਨਹੀਂ ਕਰਦੀ ਮਿਆਂਮਾਰ ਦੇ ਨਾਲ? ਤਾਂ ਆਨਸਰ ਕੀ ਆਂਦਾ? ਮੇਘਾਲਿਆ। ਮੇਘਾਲਿਆ ਜਿਹੜੀ ਹੈ ਉਹ ਦੂਸਰੇ ਪਾਸੇ ਆ ਜਾਂਦੀ ਹੈ ਮਿਆਂਮਾਰ ਤੋਂ। ਦੇਖੀਏ ਆਪਾਂ ਮੈਪ ਦੇ ਵਿੱਚ, ਹਾਂਜੀ ਮੈਪ ਦੇਖ ਲਓ, ਆ ਰਹਿ ਗਈ ਜੀ ਆਪਣੇ ਕੋਲ ਮੇਘਾਲਿਆ। ਮੇਘਾਲਿਆ ਆਹ ਵਾਲੀ ਸਟੇਟ ਹੈ, ਠੀਕ ਹੈ। ਇੱਧਰ ਆ ਵਾਲਾ ਸਾਰਾ ਬੰਗਲਾਦੇਸ਼ ਵਾਲਾ ਏਰੀਆ, ਦੂਸਰੇ ਪਾਸੇ ਇੱਧਰ ਮਿਆਂਮਾਰ ਹੈ, ਆਹ ਮਿਆਂਮਾਰ ਹੈ। ਤਾਂ ਤੁਸੀਂ ਹੁਣ ਕੀ ਕਰਨਾ ਹੈ, ਮੈਪ ਦੇਖੋ ਆਪਦਾ, ਠੀਕ ਹੈ। ਤੁਹਾਡੇ ਘਰ ਦੇ ਵਿੱਚ ਕੋਈ ਵੀ ਮੈਪ ਪਿਆ ਹੋਊਗਾ ਉਹਨੂੰ ਚੱਕੋ ਅਤੇ ਸਾਰੀਆਂ ਸਟੇਟਸ ਦੇ ਇੱਥੇ ਯਾਦ ਕਰ ਲਓ ਵੀ ਕਿਹੜੀ ਸਟੇਟ ਕਿਹਦੇ ਨਾਲ ਬਾਉਂਡਰੀ ਬਣਾ ਰਹੀ ਹੈ। ਅਗਲਾ ਕੁਐਸਚਨ ਵੀ ਬਾਉਂਡਰੀ ਬੇਸ 'ਤੇ ਮੈਂ ਤੁਹਾਨੂੰ ਦੇਣ ਜਾ ਰਿਹਾ ਇੱਕ ਹੋਰ। ਹਾਂਜੀ 79th ਨੰਬਰ ਕੁਐਸਚਨ। ਵਿਚ ਆਫ ਦਾ ਫੋਲੋਇੰਗ ਸਟੇਟਸ ਹੈਜ਼ ਇੰਟਰਨੈਸ਼ਨਲ ਬੋਰਡਰਸ ਵਿਦ 3 ਕੰਟਰੀਜ਼। ਇਹ ਵੀ ਮੈਪ ਬੇਸਡ ਕੁਐਸਚਨ ਹੈ ਜੀ। ਕਿਹੜੀ ਸਟੇਟ ਦਾ ਜਿਹੜਾ
ਬਾਉਂਡਰੀ ਹੈ ਉਹ 3 ਕੰਟਰੀਜ਼ ਦੇ ਨਾਲ ਲੱਗਦੀ ਹੈ। ਇੰਡੀਆ ਦੀ ਕਿਹੜੀ ਸਟੇਟ ਹੈ? ਈਜ਼ੀ ਕੁਐਸਚਨ ਹੈ ਜੀ ਇਹ। ਇੰਡੀਆ ਦਾ ਮੈਪ ਦੇਖੋ ਧਿਆਨ ਨਾਲ, ਪਹਿਲਾਂ ਆਨਸਰ ਕਰੋ। ਆਲਰੇਡੀ ਮੈਂ ਪਹਿਲਾਂ ਦੱਸ ਕੇ ਵੀ ਆਇਆ ਇਸੇ ਲੈਕਚਰ ਦੀ ਸਟਾਰਟਿੰਗ ਦੇ ਵਿੱਚ, ਜਿਹੜੇ ਸਟੂਡੈਂਟ ਸਟਾਰਟਿੰਗ ਤੋਂ ਦੇਖ ਰਹੇ ਆ ਉਹਨਾਂ ਨੂੰ ਪਤਾ ਵੀ ਹੋਏਗਾ। ਤਾਂ ਕਿਹੜੀ ਸਟੇਟ ਦੀ ਜਿਹੜੀ ਬਾਉਂਡਰੀ ਹੈ, ਇੰਟਰਨੈਸ਼ਨਲ ਬਾਉਂਡਰੀ ਜਿਹੜੀ 3 ਕੰਟਰੀਜ਼ ਦੇ ਨਾਲ ਲੱਗਦੀ ਹੈ? ਆਨਸਰ ਇਜ਼ ਸਿੱਕਿਮ। ਕਿਹੜੀ ਕੰਟਰੀ ਦੇ ਨਾਲ ਇਹਦੀ ਬਾਉਂਡਰੀ ਲੱਗਦੀ ਹੈ ਸਿੱਕਿਮ ਦੀ? ਨੇਪਾਲ ਦੇ ਨਾਲ, ਭੂਟਾਨ ਦੇ ਨਾਲ ਐਂਡ ਚਾਈਨਾ ਦੇ ਨਾਲ। ਨੇਪਾਲ, ਭੂਟਾਨ ਐਂਡ ਚਾਈਨਾ। ਠੀਕ ਹੈ, ਤਾਂ 3 ਸਟੇਟਸ ਦੇ ਨਾਲ ਬਾਉਂਡਰੀ ਲੱਗਦੀ ਹੈ ਸਿੱਕਿਮ ਦੀ। ਲਾਸਟ ਕੁਐਸਚਨ ਅੱਜ ਦਾ ਆਪਣਾ। ਇਸ ਤੋਂ ਬਾਅਦ ਆਪਦੇ ਆਪ ਨੂੰ ਸੈਲਫ ਇਵੈਲੂਏਟ ਕਰੋ। ਨੀਚੇ ਕਮੈਂਟਸ ਦੇ ਵਿੱਚ ਤੁਸੀਂ ਆਪਦੇ ਆਪ ਨੂੰ ਦੇਖ ਕੇ ਕਮੈਂਟ ਦੇ ਵਿੱਚ ਆਨਸਰ ਤੁਸੀਂ ਦੱਸਿਓ ਵੀ ਤੁਸੀਂ ਕਿੰਨੇ ਠੀਕ ਕੀਤੇ ਹੈ। ਠੀਕ ਹੈ, 20 ਦੇ ਵਿੱਚੋਂ ਤੁਹਾਡੇ ਕਿੰਨੇ ਠੀਕ ਹੋਏ ਆ, ਨੀਚੇ ਕਮੈਂਟ ਦੇ ਵਿੱਚ ਜ਼ਰੂਰ ਤੁਸੀਂ ਕਮੈਂਟ ਕਰਨਾ ਕਿ ਇਹ ਸੀਰੀਜ਼ ਦੇ ਨਾਲ ਤੁਹਾਨੂੰ ਬੈਨੀਫਿਟ ਹੋ ਰਿਹਾ ਹੈ, ਕਿ ਆਪਾਂ ਇਹ ਸੀਰੀਜ਼ ਨੂੰ ਕੰਟੀਨਿਊ ਕਰੀਏ। ਨਾਲ ਸਾਨੂੰ ਆਪਦੇ ਫੀਡਬੈਕ ਵੀ ਦਿਓ। ਠੀਕ ਹੈ ਜੀ, ਕਿ ਇਹ ਸੀਰੀਜ਼ ਕੰਟੀਨਿਊ ਹੋਣੀ ਚਾਹੀਦੀ ਹੈ। ਹਾਂਜੀ, ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਇੱਕ ਹੋਰ ਇਨਫੋਰਮੇਸ਼ਨ ਹੈ ਉਸ ਤੋਂ ਬਾਅਦ ਲਾਸਟ ਕੁਐਸਚਨ ਦੇਖਣ ਤੋਂ ਪਹਿਲਾਂ, ਕਿ ਸਤਿਗੁਰੂ ਕਲਾਸਿਸ ਮਲੋਟ ਦੇ ਵੱਲੋਂ ਕੀ ਹੈ, ਇੱਕ ਕੰਸੋਲੀਡੇਟਿਡ ਟੈਸਟ ਸੀਰੀਜ਼ ਲਾਂਚ ਕੀਤੀ ਗਈ ਹੈ। ਕੰਸੋਲੀਡੇਟਿਡ ਟੈਸਟ ਸੀਰੀਜ਼ ਦਾ ਮਤਲਬ ਕੀ ਹੈ ਕਿ ਇੱਕ ਟੈਸਟ ਸੀਰੀਜ਼ ਹੀ ਤੁਹਾਡੇ ਵੇਰੀਅਸ ਪੇਪਰ ਨੂੰ ਕਵਰ ਕਰੇਗੀ, ਜਿਹਦੇ ਵਿੱਚ ਤੁਹਾਨੂੰ ਆਹ ਵਾਲੇ ਸਬਜੈਕਟ ਅਸੀਂ ਦੇ ਰਹੇ ਹਾਂ। ਇੰਗਲਿਸ਼ ਹੈ, ਜੀਕੇ ਹੈ, ਪੰਜਾਬੀ ਹੈ, ਮੈਥਸ ਹੈ, ਰੀਜ਼ਨਿੰਗ ਹੈ, ਕੰਪਿਊਟਰ ਹੈ। ਔਰ ਹਰ ਇੱਕ ਸਬਜੈਕਟ ਨੂੰ ਬੜੇ ਹੀ ਵਾਸਟ ਲੈਵਲ 'ਤੇ ਅਸੀਂ ਕਵਰ ਕੀਤਾ। ਕੁਐਸਚਨਸ ਤੁਹਾਨੂੰ ਇਹਦੇ ਵਿੱਚ ਜਿਹੜੇ ਕੀ ਹੈ ਉਹ ਹਰ ਇੱਕ ਲੈਵਲ ਦੇ ਮਿਲਣਗੇ। ਠੀਕ ਹੈ ਜੀ, ਜਿਵੇਂ ਹੁਣ ਜੀਕੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪੰਜਾਬ ਗੌਰਮੈਂਟ ਦੇ ਜਿੰਨੇ ਵੀ ਪ੍ਰੀਵੀਅਸ ਐਗਜ਼ਾਮਸ ਹੋਏ ਹੈ, ਫੋਰ ਐਗਜ਼ਾਮਪਲ ਜਿਵੇਂ PSSB ਦੇ ਜਿੰਨੇ ਵੀ ਪ੍ਰੀਵੀਅਸ ਈਅਰ ਪੇਪਰ ਹੈਗੇ ਆ, ਉਹਨਾਂ ਦੇ ਵਿੱਚ ਜਿਹੜੇ ਕੁਐਸਚਨ ਵਾਰ-ਵਾਰ ਰਿਪੀਟ ਹੋਏ ਆ, ਪਲੱਸ ਉਸ ਤੋਂ ਬਿਨਾਂ ਜੀਕੇ ਦੇ ਵਿੱਚ ਹੋਰ ਜਿਹੜੇ ਕਨਸੈਪਟ ਜਾਂ ਸਿਚੁਏਸ਼ਨ ਬੇਸਡ ਕੁਐਸਚਨਸ ਵੀ ਹੋਣਗੇ। ਇਹ ਵਾਲੇ ਸਾਰੀ ਜਿਹੜੀ ਟੈਸਟ ਸੀਰੀਜ਼ ਆ ਉਹ ਅਸੀਂ ਤੁਹਾਨੂੰ PDF ਫਾਰਮਸ ਦੇ ਵਿੱਚ ਪ੍ਰੋਵਾਈਡ ਕਰ ਰਹੇ ਹਾਂ। ਜੇ ਉਸੇ ਤਰ੍ਹਾਂ ਜੇ ਆਪਾਂ ਇੰਗਲਿਸ਼ ਔਰ ਪੰਜਾਬੀ ਦੀ ਗੱਲ ਕਰੀਏ ਤਾਂ ਇੰਗਲਿਸ਼ ਔਰ ਪੰਜਾਬੀ ਦੇ ਵਿੱਚ ਕੰਪੀਟੀਟਿਵ ਲੈਵਲ ਤਾਂ ਰੱਖਿਆ ਹੀ ਹੋਇਆ, ਡੈਫੀਨੇਟਲੀ ਹੈਗਾ, ਜਿਹੜੇ ਆਪਣੇ ਲਾਸਟ ਪੇਪਰਸ ਦੇ ਵਿੱਚ ਆਈਆਂ ਹੋਈਆਂ ਇਹ ਵਾਲੀਆਂ ਚੀਜ਼ਾਂ। ਪਲੱਸ ਉਸ ਤੋਂ ਬਿਨਾਂ ਜਿਹੜੇ MCQs ਅਸੀਂ ਕਿੱਥੋਂ ਪਿਕ ਕੀਤੇ ਹੈ, ਜਿਹੜੀਆਂ ਸਾਰੀਆਂ ਆਪਣੀਆਂ ਬੋਰਡ ਦੇ ਜਿਹੜੇ ਬੁੱਕਸ ਹੈਗੀਆਂ, ਪੰਜਾਬ ਬੋਰਡ, CBSE, ICSE, ਤਾਂ ਇਹਨਾਂ ਦੇ ਵਿੱਚ ਜਿਹੜੀਆਂ ਵੀ ਬੁੱਕਸ ਹੈਗੀਆਂ 6 to 10th ਲੈਵਲ, ਉਹਨਾਂ ਦੇ MCQs ਵੀ ਜਿਹੜੇ ਇੰਪੋਰਟੈਂਟ ਹੈ, ਜਿਨ੍ਹਾਂ ਦੇ ਵਿੱਚ ਵਧੀਆ ਕਨਸੈਪਟ ਯੂਜ਼ ਹੁੰਦੇ ਆ, ਤਾਂ ਉਹ ਵਾਲੇ MCQs ਵੀ ਅਸੀਂ ਇਹਦੇ ਵਿੱਚ ਇਨਕਲੂਡ ਕੀਤੇ ਆ। ਇਹਦਾ ਕਾਰਨ ਕੀ ਹੈ ਸਟੂਡੈਂਟਸ, ਕਿਉਂਕਿ ਜਿਹੜੇ ਆਪਣੇ ਡਿਪਾਰਟਮੈਂਟ ਹੈ ਨਾ, ਉਹ ਜਿਹੜੇ ਪੇਪਰ ਜਿਹੜੇ ਫਰੇਮ ਹੁੰਦੇ ਆ ਉਹ ਕੀ ਕਰਦੇ ਆ, ਆਪਣੇ ਜਿਵੇਂ ਹੁਣ ਮੰਨ ਲਓ ਲਾਸਟ ਆਪਣੇ ETT ਦਾ ਸੈਕਿੰਡ ਪੇਪਰ ਹੋਇਆ ਮਾਸਟਰ ਕੈਡਰ ਵਾਲਾ, ਇਹਨਾਂ ਨੇ ਜਿਹੜੇ ਲੋਅਰ ਕਲਾਸਿਸ ਵਾਲੇ ਜਿਹੜੇ ਹੈਗੀਆਂ ਬੁੱਕਸ, ਉਹਨਾਂ ਦੇ MCQs ਹੀ ਰੈਫਰ ਕੀਤੇ ਆ, ਐਜ਼ ਇਟ ਇਜ਼ ਡਿਟੋ ਹੀ ਚੱਕੇ ਆ। ਤਾਂ ਜਿਹੜੇ MCQs ਇੰਪੋਰਟੈਂਟ ਹੈਗੇ ਆ ਉਹ ਅਸੀਂ ਇਹਦੇ ਵਿੱਚ ਇਨਕਲੂਡ ਕੀਤੇ ਆ ਟੈਸਟ ਸੀਰੀਜ਼ ਦੇ ਵਿੱਚ। ਠੀਕ ਹੈ, ਤਾਂ ਇਹਦੇ ਵਿੱਚ ਮੈਥਸ ਦੀ ਤੁਹਾਨੂੰ ਪ੍ਰੋਪਰ ਇੱਕ ਬੁੱਕਲੈਟ ਮਿਲੇਗੀ, ਜਿਹਦੇ ਵਿੱਚ ਤੁਹਾਨੂੰ ਕੀ ਹੈ, ਬੁੱਕਲੈਟ ਦੇ ਵਿੱਚ ਹਰ ਇੱਕ ਟੌਪਿਕ ਦੇ, ਹਰ ਇੱਕ ਚੈਪਟਰ ਦੇ ਨੀਅਰ ਅਬਾਊਟ 50 to 100 ਕੁਐਸਚਨਸ ਹੋਣਗੇ। 50+ ਕੁਐਸਚਨਸ ਔਰ 100 ਦੇ ਨੀਅਰ ਅਬਾਊਟ ਕੁਐਸਚਨਸ ਇੱਕ ਚੈਪਟਰ ਤੋਂ ਦੇ ਰਹੇ ਹਾਂ। ਠੀਕ ਹੈ, ਉਸੇ ਤਰ੍ਹਾਂ ਰੀਜ਼ਨਿੰਗ ਵਾਲਾ ਸੈਕਸ਼ਨ ਹੈ, ਕੰਪਲੀਟ ਬੁੱਕਲੈਟ ਵਿਦ ਤੁਹਾਨੂੰ ਆਨਸਰ ਕੀ ਪ੍ਰੋਵਾਈਡ ਕੀਤੀ ਜਾਊਗੀ। ਕੰਪਿਊਟਰ ਦੇ ਵੀ MCQs ਨਾਲ ਉਹਨਾਂ ਦੀ ਆਨਸਰ ਕੀ ਪ੍ਰੋਵਾਈਡ ਕਰ ਰਹੇ ਹਾਂ, ਪਲੱਸ ਉਹਨਾਂ ਦੀ ਐਕਸਪਲੇਨੇਸ਼ਨ ਵੀ ਅਸੀਂ ਦੇ ਰਹੇ ਹਾਂ। ਠੀਕ ਹੈ, ਮੰਨ ਲਓ ਕਿਸੇ ਵੀ ਸਟੂਡੈਂਟ ਨੂੰ ਡਾਊਟ ਹੁੰਦਾ ਤਾਂ ਉਹਦੀ ਐਕਸਪਲੇਨੇਸ਼ਨ ਵੀ ਹੋਊਗਾ। ਹੁਣ ਇਹ ਜਿਹੜੀ ਟੈਸਟ ਸੀਰੀਜ਼ ਹੈ ਕਿੰਨਾ ਪੇਪਰ ਦੇ ਲਈ ਹੈਲਪਫੁਲ ਰਹੇਗੀ, ਤਾਂ ਇਹ ਆਉਣ ਵਾਲੇ PSSB ਐਕਸਾਈਜ਼ ਇੰਸਪੈਕਟਰ ਦੇ, ਜੇਲ੍ਹ ਵਾਰਡਰ ਦਾ ਪੇਪਰ ਹੋਣ ਜਾ ਰਿਹਾ, ਪਟਵਾਰੀ ਦਾ ਪੇਪਰ ਹੋਣ ਜਾ ਰਿਹਾ, ਲਾਇਬ੍ਰੇਰੀ ਸਾਇੰਸ ਦਾ ਜਿਹੜਾ ਪੇਪਰ ਹੋਣ ਜਾ ਰਿਹਾ। ਲਾਇਬ੍ਰੇਰੀ ਸਾਇੰਸ ਦੇ ਵਿੱਚ ਜਿਹੜੇ ਆਹ ਵਾਲੇ ਸਬਜੈਕਟ ਕਵਰ ਹੋਣਗੇ, ਇਹਨਾਂ ਦੇ ਤੁਹਾਨੂੰ ਤੁਸੀਂ ਅਗਰ ਟੈਸਟ ਸੀਰੀਜ਼ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਉਹ ਬੈਨੀਫੀਸ਼ੀਅਲ ਹੋਏਗੀ। ਇਸ ਤੋਂ ਬਿਨਾਂ PSSB ਕਲਰਕ, TSPCL ਦਾ ਜਿਹੜਾ ਕਲਰਕ ਲੈਵਲ ਦਾ ਜਿਹੜਾ ਪੇਪਰ ਹੈ ਇਹਦੇ ਲਈ ਬੈਨੀਫੀਸ਼ੀਅਲ ਹੋਏਗਾ। ਜਾਂ ਆਉਣ ਵਾਲੇ ਪੇਪਰ ਜਿਵੇਂ ਪੰਜਾਬ ਦੇ ਵਿੱਚ ਇਲੈਕਸ਼ਨ ਕਾਨੂੰਗੋ ਦੀ ਪੋਸਟ ਆਉਣ ਜਾ ਰਹੀ ਹੈ, ਇਹ ਡੈਫੀਨੇਟ ਹੈ, ਤਾਂ ਇਹਨਾਂ ਦੇ ਲਈ ਵੀ ਇਹ ਜਿਹੜੀ ਟੈਸਟ ਸੀਰੀਜ਼ ਹੈਲਪਫੁਲ ਰਹੇਗੀ।
ਇਸ ਤੋਂ ਬਿਨਾਂ ਜਿਵੇਂ ਹੁਣ ਹੀ ਟੈਸਟ ਸੀਰੀਜ਼ ਵੀ ਅਸੀਂ ਲਾਂਚ ਕਰ ਰਹੇ ਹਾਂ, ਪਲੱਸ ਇਸ ਤੋਂ ਬਿਨਾਂ ਕਿਸੇ ਵੀ ਸਟੂਡੈਂਟਸ ਨੂੰ ਕਿਸੇ ਵੀ ਸਬਜੈਕਟ ਦੇ ਨੋਟਸ ਅਗਰ ਚਾਹੀਦੇ ਹੈ ਜਾਂ ਉਹਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਕਿ ਕਿਸ ਸਬਜੈਕਟ ਨੂੰ ਕਿਵੇਂ ਪ੍ਰੀਪੇਅਰ ਕਰਨਾ, ਤਾਂ ਤੁਸੀਂ ਇਹ ਨੀਚੇ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਤਾਂ ਇਹ ਟੈਸਟ ਸੀਰੀਜ਼ ਵੀ ਤੁਹਾਨੂੰ ਕਾਫੀ ਹੈਲਪਫੁਲ ਰਹੇਗੀ, ਸਪੈਸ਼ਲੀ ਉਹਨਾਂ ਸਟੂਡੈਂਟਸ ਨੂੰ ਜਿਨ੍ਹਾਂ ਨੇ ਆਲਰੇਡੀ ਤਿਆਰੀ ਕੀਤੀ ਹੋਈ ਹੈ, ਜੋ ਪਾਸਟ ਦੇ ਵਿੱਚ ਤਿਆਰੀ ਕਰ ਰਹੇ ਸੀ, ਚਾਹੇ ਉਹ ਆਫਲਾਈਨ ਤਿਆਰੀ ਕਰ ਰਹੇ ਸੀ, ਚਾਹੇ ਉਹ ਆਨਲਾਈਨ ਤਿਆਰੀ ਕਰ ਰਹੇ ਸੀ। ਤਾਂ ਇਹ ਜਿਹੜੀ ਟੈਸਟ ਸੀਰੀਜ਼ ਆ ਉਹ ਤੁਹਾਨੂੰ ਕਾਫੀ ਹੈਲਪਫੁਲ ਰਹੇਗੀ। ਤਾਂ ਆਪਾਂ ਅੱਜ ਦਾ ਲਾਸਟ ਕੁਐਸਚਨ ਦੇਖਦੇ ਹਾਂ। ਠੀਕ ਹੈ ਸਟੂਡੈਂਟਸ, ਹਾਂਜੀ ਲਾਸਟ ਕੁਐਸਚਨ, ਐਟੋਮਿਕ ਪਾਵਰ ਸਟੇਸ਼ਨ ਇਨ ਰਾਜਸਥਾਨ ਇਜ਼ ਸਿਚੁਏਟਿਡ ਐਟ। ਐਟੋਮਿਕ ਪਾਵਰ ਸਟੇਸ਼ਨ ਰਾਜਸਥਾਨ ਦੇ ਵਿੱਚ ਲਗਾਇਆ ਗਿਆ, ਕਿੱਥੇ ਹੈ ਇਹ ਐਟੋਮਿਕ ਪਾਵਰ ਸਟੇਸ਼ਨ ਦੱਸਣਾ ਆਪਾਂ। ਰਾਜਸਥਾਨ ਦੇ ਵਿੱਚ ਪੜ੍ਹਿਆ ਹੋਇਆ ਸਟੂਡੈਂਟਸ, ਐਟੋਮਿਕ ਪਾਵਰ ਸਟੇਸ਼ਨਸ ਪੜ੍ਹੇ ਹੋਏ, ਨਹੀਂ ਪੜ੍ਹੇ ਤਾਂ ਤੁਸੀਂ ਇੱਕ ਵਾਰੀ ਜਾ ਕੇ ਰਿਵਾਈਜ਼ ਜ਼ਰੂਰ ਕਰ ਲਿਓ ਸਾਰੇ ਦੇ ਸਾਰੇ ਐਟੋਮਿਕ ਪਾਵਰ ਸਟੇਸ਼ਨਸ। ਠੀਕ ਹੈ, ਨਿਊਕਲੀਅਰ ਪਾਵਰ ਸਟੇਸ਼ਨਸ ਜਿੱਥੇ ਜਿੱਥੇ ਵੀ ਹੈਗੇ ਆ ਉਹ ਵੀ ਤੁਸੀਂ ਨਾਲ ਰਿਵਾਈਜ਼ ਜ਼ਰੂਰ ਕਰਨੇ ਆ। ਤਾਂ ਆਪਾਂ ਰਾਜਸਥਾਨ ਦੇ ਵਿੱਚ ਦੱਸਣਾ ਹੁਣ ਕਿੱਥੇ ਲਗਾਇਆ ਗਿਆ। ਹਾਂਜੀ ਗੈਸ ਕਰੋ, 4 ਆਪਸ਼ਨਸ ਹੈ, पोखरन, सूरतगढ़, रावतभाटा ਜਾਂ चित्तौड़गढ़। हाँ जी, इस क्वेश्चन का आंसर की है, राजस्थान दे विच रावतभाटा नाम की जगह पर एटोमिक पावर स्टेशन लगाया गया। ठीक है, ये सीरीज़ अगर तुहानू जीके सीरीज़ बेनीफिशियल रह रही है तो तुसी बाकी दे स्टूडेंट्स नाल भी शेयर जरूर कर दिओ। थैंक यू वैरी मच। अपन मिलते हैं नैक्सट लैक्चर दे विच, नैक्सट सीरीज़ दे विच। ठीक है, जिंदे विच मोस्ट इंपोर्टेंट इस तो भी लैवल हाई दे जिहड़े क्वेश्चन तुहानू देखण नू मिलणगे। थैंक यू वैरी मच स्टूडेंट्स।